ਅਕਾਲੀ ਦਲ ਦਾ ਪੱਲਾ ਛੱਡ ਕੇ ਬੀਜੇਪੀ 'ਚ ਸ਼ਾਮਲ ਹੋ ਗਏ ਨੇ ਤੇ ਅੱਜ ਪੰਜਾਬ ਦੇ ਉੱਘੇ ਗਾਇਕ ਜਿਨ੍ਹਾਂ ਦੇ ਕਈ ਵਾਰ ਪਰਚੇ ਵੀ ਹੋਏ ਸੀ ਉਹ ਖੁਦ ਉਹੀ ਸਰਕਾਰ ਦੇ ਵਿੱਚ ਸ਼ਾਮਲ ਹੋ ਗਏ। अमित शाह जी ने एक बहुत बड़ा तीर खेलिया कि एक सिख चेहरा जिहड़ा हैगा बीजेपी च लैके आउण दा और बड़ी जबरदस्त ढाल आई है इन्होंने अकाली दल। ਮਨਿੰਦਰ ਸਿਰਸਾ ਤੇ ਅਕਾਲੀ ਦਲ ਦਾ ਵੀ ਬਿਆਨ ਆਇਆ ਹੈ ਕਿ ਉਹ ਕਿਤੇ ਨਾ ਕਿਤੇ ਜਿਵੇਂ ਕਹਿੰਦੇ ਵੀ ਗਨ ਪੁਆਇੰਟ ਤੇ ਰੱਖ ਕੇ ਅਕਾਲੀ ਦਲ ਬੀਜੇਪੀ 'ਚ ਸ਼ਾਮਲ ਹੋਏ। ਕਹਿਣ 'ਚ ਬਹੁਤ ਕੁਝ ਨਿਕਲਦਾ ਹੈ, ਕਹਿਣਾ ਹੋਰ ਹੁੰਦਾ, ਨਿਕਲਦਾ ਕੁਝ ਹੋਰ ਹੁੰਦਾ ਹੈ ਜੀ। ਪਰ ਬੜੇ ਪੜ੍ਹੇ ਲਿਖੇ ਔਰ ਜ਼ਬਰਦਸਤ ਸਿਆਣੇ ਸੂਝਵਾਨ ਆਗੂ ਹੈ। ਘੁੱਗੀ ਜੀ, ਭਗਵੰਤ ਮਾਨ ਜੀ, ਇਹ ਸਾਰੇ ਕੋਈ ਨਾ ਕੋਈ ਫਿਲਮੀ ਦੁਨੀਆ 'ਚੋਂ ਆਇਆ, ਕੋਈ ਕਿੱਥੋਂ ਆਇਆ, ਕਈਆਂ ਨੇ ਆਪਣੇ ਸੰਗੀਤ ਦੇ ਵਿੱਚੋਂ ਆਏ। ਬਹੁਤ ਬੰਦੇ ਜਿਹੜੇ ਹੈਗੇ ਆ ਅੱਜ ਪੋਲੀਟੀਕਲ ਦੇ ਨਾਲ ਜੁੜੇ ਹੋਏ। ਭਾਵ ਕਹਿਣ ਦਾ ਇਹ ਹੈ ਵੀ ਇੱਥੇ ਜਿੰਨੇ ਮੂੰਹ ਹੋਣੀਆਂ ਗੱਲਾਂ ਇਹ ਪ੍ਰੈਕਟੀਕਲੀ ਉਦੋਂ ਹੀ ਹੁੰਦਾ ਹੈ। ਦੇਖੋ ਜੇ ਇਹੋ ਜਿਹੀਆਂ ਗੱਲਾਂ ਬਾਤਾਂ ਹੁੰਦੀਆਂ ਨਾ, ਇਹ ਕਲੇਰ ਸਾਹਿਬ ਅੰਦਰੋਂ ਅੰਦਰ ਹੀ ਬਹੁਤ ਕੁਝ ਚੱਲਦਾ ਹੁੰਦਾ ਹੈ। ਇਹ ਸਿਆਸਤ ਹੈ, ਇਹ ਕਿਸੇ ਵੇਲੇ ਵੀ ਕਦੋਂ ਪਲਟਾ ਵੱਜ ਜਾਵੇ ਕੁਝ ਨਹੀਂ ਪਤਾ। ਜੇ ਰਾਤੋਂ ਰਾਤ ਤਖਤਾ ਅਗਰ ਅਮਰਿੰਦਰ ਸਿੰਘ ਦਾ ਉਲਟ ਸਕਦਾ ਹੈ ਤੇ ਇਹ ਤਾਂ ਕੋਈ ਗੱਲ ਹੀ ਕੋਈ ਨਹੀਂ। ਚੰਨੀ ਸਾਹਿਬ ਤੇ ਵੀ ਤਾਂ ਕਿਸੇ ਨੇ ਵੀ ਆਪਣੀ ਲਿਸਟ ਤਿਆਰ ਕੀਤੀ ਆ, ਲਿਸਟ ਉਜਾਗਰ ਕਰੋ, ਉਹਨਾਂ ਨੂੰ ਉਜਾਗਰ ਕਰਕੇ ਵੀ ਦਿਖਾ ਦਿੱਤੀ। ਇਹ ਲਿਸਟ ਜਿਹੜੀ ਹੈਗੀ ਆ ਉਹ ਇਸ ਤਰ੍ਹਾਂ ਦੀ ਲਿਸਟ ਹੈ। ਸਤਿ ਸ਼੍ਰੀ ਅਕਾਲ ਜੀ। ਚਰਚਾ ਦਾ ਵਿਸ਼ਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਨਰਿੰਦਰ ਸਿੰਘ ਕਲੇਰ। ਪੰਜਾਬ ਦੀ ਸਿਆਸਤ ਦੇ ਵਿੱਚ ਤੜਕਸਾਰ ਅਜਿਹਾ ਧਮਾਕਾ ਹੋ ਗਿਆ ਜਿਸ ਤੋਂ ਬਾਅਦ ਗਾਇਕ ਤੇ ਦੂਸਰੇ ਪਾਸੇ ਰਾਜਨੇਤਾ ਵੀ ਹੈਰਾਨ ਹੋਏ ਪਏ ਨੇ। ਦਰਅਸਲ ਨਵਜੋਤ ਸਿੰਘ ਸਿੱਧੂ ਦੇ ਨਾਲ ਸਿੱਧੂ ਮੂਸੇਵਾਲਾ ਜਦੋਂ ਦਿਖੇ ਤਾਂ ਹਰ ਪਾਸੇ ਚਰਚਾ ਛਿੜ ਗਈ ਕਿ ਆਹ ਕੀ ਹੋ ਗਿਆ। ਜਿਸ ਤੋਂ ਬਾਅਦ ਸਿੱਧੂ ਮੂਸੇਵਾਲੇ ਨੇ ਕਾਂਗਰਸ ਦਾ ਪੱਲਾ ਫੜ ਲਿਆ, ਜਿਹੜੇ ਅਕਸਰ ਸਿਆਸਤਦਾਨਾਂ ਤੇ ਸਖਤ ਗੱਲਾਂ ਬੋਲਦੇ ਸਨ। ਤੇ ਦੂਸਰੇ ਪਾਸੇ ਕਿਸਾਨੀ ਮੋਰਚੇ ਤੇ ਵੀ ਹੁਣ ਵੱਡੀ ਖਬਰ ਆ ਰਹੀ ਹੈ ਕਿਉਂਕਿ ਕਿਸਾਨਾਂ ਦੀ ਘਰ ਵਾਪਸੀ ਤੇ ਨਵਾਂ ਪੇਚਾ ਪੈਂਦਾ ਨਜ਼ਰ ਆ ਰਿਹਾ ਹੈ। ਇਹਨਾਂ ਸਭ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ। ਮੇਰੇ ਨਾਲ ਮੌਜੂਦ ਨੇ SMZ ਦੇ ਐਡੀਟਰ ਇਨ ਚੀਫ BK ਪਵੇਜਾ ਜੀ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਕੀ ਹਾਲ ਹੈ ਪੰਜਾਬ ਦੀ ਸਿਆਸਤ ਦਾ, ਕਿਉਂਕਿ ਬੀਤੇ ਦਿਨ ਜਿਸ ਤਰ੍ਹਾਂ DSGMC ਦੇ ਪ੍ਰਧਾਨ ਅਕਾਲੀ ਦਲ ਦਾ ਪੱਲਾ ਛੱਡ ਕੇ ਬੀਜੇਪੀ 'ਚ ਸ਼ਾਮਲ ਹੋ ਗਏ ਨੇ ਤੇ ਅੱਜ ਪੰਜਾਬ ਦੇ ਉੱਘੇ ਗਾਇਕ ਜਿਨ੍ਹਾਂ ਦੇ ਕਈ ਵਾਰ ਪਰਚੇ ਵੀ ਹੋਏ ਸੀ ਉਹ ਖੁਦ ਉਹੀ ਸਰਕਾਰ ਦੇ ਵਿੱਚ ਸ਼ਾਮਲ ਹੋ ਗਏ ਨੇ। ਕੀ ਮੰਨਦੇ ਹੋ? ਦੇਖੋ ਗੱਲ ਇਹ ਹੈ, ਸਿਆਸਤ ਜਿਵੇਂ ਮੈਂ ਕਈ ਵਾਰ ਅੱਗੇ ਵੀ ਕਹਿ ਚੁੱਕਿਆ ਵਾਂ, ਇਸ ਸਿਆਸਤ ਦੇ ਸਮੀਕਰਨ ਦਿਨ ਬ ਦਿਨ ਟਾਈਮ ਦੇ ਮੁਤਾਬਕ ਚੇਂਜ ਹੁੰਦੇ ਰਹਿੰਦੇ ਨੇ ਜੀ। ਜਿਵੇਂ ਜਿਵੇਂ 22 ਦੀਆਂ ਇਲੈਕਸ਼ਨਾਂ ਨੇੜੇ ਆ ਰਹੀਆਂ ਔਰ ਕੁਛ ਕੁ ਜਿਹੜਾ ਕੋਈ ਪਿਛਲੇ ਦਿਨੀ ਕਿਸਾਨਾਂ ਦੇ ਜਿਹੜੇ ਆਪਣੇ ਪ੍ਰਧਾਨ ਮੰਤਰੀ ਮੋਦੀ ਜੀ ਨੇ 3 ਕਾਨੂੰਨ ਜਿਹੜੇ ਕਾਲੇ ਕਾਨੂੰਨ ਹੈ ਉਹ ਵਾਪਸ ਲੈ ਲਏ ਜੀ। ਬੜੀ ਗਰਮਜੋਸ਼ੀ ਨਾਲ ਉਹਦਾ ਸਵਾਗਤ ਲੋਕਾਂ ਨੇ ਕੀਤਾ ਤੇ ਕਿਸਾਨਾਂ ਨੇ ਵੀ ਕੀਤਾ। ਉਹਦੇ ਨਾਲ ਦੀ ਨਾਲ ਜਿਹੜੇ ਸਰਨਾ ਸਾਹਿਬ ਹੈ, ਇਹ ਬਹੁਤ ਵੱਡਾ ਬੀਜੇਪੀ ਨੇ, ਪ੍ਰਧਾਨ ਮੰਤਰੀ ਜੀ ਨੇ, ਅਮਿਤ ਸ਼ਾਹ ਜੀ ਨੇ ਇੱਕ ਬਹੁਤ ਵੱਡਾ ਤੀਰ ਖੇਲਿਆ ਕਿ ਇੱਕ ਸਿੱਖ ਚਿਹਰਾ ਜਿਹੜਾ ਹੈਗਾ ਬੀਜੇਪੀ 'ਚ ਲੈ ਕੇ ਆਉਣ ਦਾ ਔਰ ਬੜੀ ਜ਼ਬਰਦਸਤ ਢਾਲ ਆਈ ਹੈ ਇਹਨਾਂ ਨੇ ਅਕਾਲੀ ਦਲ ਨੂੰ। ਮਨਿੰਦਰ ਸਿਰਸਾ ਤੇ ਅਕਾਲੀ ਦਲ ਦਾ ਵੀ ਬਿਆਨ ਆਇਆ ਹੈ ਕਿ ਉਹ ਕਿਤੇ ਨਾ ਕਿਤੇ ਜਿਵੇਂ ਕਹਿੰਦੇ ਵੀ ਗਨ ਪੁਆਇੰਟ ਤੇ ਰੱਖ ਕੇ ਅਕਾਲੀ ਦਲ ਬੀਜੇਪੀ 'ਚ ਸ਼ਾਮਲ ਹੋਇਆ। ਦੇਖੋ ਇੱਦਾਂ ਹੈ ਨਾ ਜੀ, ਉਹਦਾ ਕਾਰਨ ਇਹ ਹੈ ਕਿ ਕਈ ਚੀਜ਼ਾਂ ਇਹਦੇ ਕਈ ਸਮੀਕਰਨ ਦੇ ਨਾਲ ਚੇਂਜਸ ਦੇ ਵਿੱਚ ਇਹ ਸੁਣਨ 'ਚ ਵੀ ਆਇਆ ਜੀ ਕਿ ਕੁਝ ਈਡੀ ਦਾ ਦਬਾਅ ਸੀਗਾ, ਕੁਝ ਇਸ ਤਰ੍ਹਾਂ ਦੀ ਕਈ ਚੀਜ਼ਾਂ ਉਹਨਾਂ ਦੇ ਹੱਥ 'ਚ ਲੱਗੀਆਂ ਸੀ ਕਿ ਜਿਹਦੇ ਕਰਕੇ ਉਹਨਾਂ ਨੂੰ ਇਹ ਪ੍ਰੈਸ਼ਰ ਬਣਾਇਆ ਗਿਆ। ਬਟ ਇਹ ਅੰਦਰ ਝਾਕ ਕੇ ਕੁਝ ਨਹੀਂ ਦੇਖਿਆ ਜਾ ਸਕਦਾ। ਕਹਿਣ 'ਚ ਬਹੁਤ ਕੁਝ ਨਿਕਲਦਾ ਹੈ, ਕਹਿਣਾ ਹੋਰ ਹੁੰਦਾ, ਨਿਕਲਦਾ ਕੁਝ ਹੋਰ ਹੁੰਦਾ ਹੈ ਪਰ ਬੜੇ ਪੜ੍ਹੇ ਲਿਖੇ ਔਰ ਜ਼ਬਰਦਸਤ ਸਿਆਣੇ ਸੂਝਵਾਨ ਆਗੂ ਹੈ ਮਨਿੰਦਰ ਸਿੰਘ ਸਿਰਸਾ ਜੀ, ਜਿਨ੍ਹਾਂ ਦਾ ਅੱਜ ਤੱਕ ਨੀਟ ਕਲੀਨ ਰਿਕਾਰਡ ਰਿਹਾ ਔਰ ਬੜੇ ਵੈਲ ਐਜੂਕੇਟਡ ਨੇ। ਔਰ ਸੈਕੰਡਲੀ ਗੱਲ ਇਹ ਹੈ, ਕਿਸਾਨ ਦਾ ਜਦੋਂ ਕਿਸਾਨੀ ਚੱਲ ਰਿਹਾ ਸੀਗਾ ਪ੍ਰੋਗਰਾਮ, ਜਿਹੜਾ ਹੁਣ ਵੀ ਜਿਹੜਾ ਅਜੇ ਤੱਕ ਵੀ ਉੱਥੇ ਬੈਠੇ ਆ, ਉਹਦੇ ਦੌਰਾਨ ਜਿੰਨੇ ਵੀ ਉੱਥੇ ਦੇ ਆਪਣੇ ਕਿਸਾਨੀ ਨੇਤਾ ਸੀਗੇ ਜਿਨ੍ਹਾਂ ਨੂੰ ਜੇਲ੍ਹਾਂ ਦੇ ਵਿੱਚ ਲੈ ਗਏ, ਕੁਝ ਉੱਥੇ ਜਦੋਂ 26 ਜਨਵਰੀ ਦਾ ਕਾਂਡ ਹੋਇਆ ਸੀ ਉਹਦੇ ਦੌਰਾਨ ਉਹ ਸਾਰਿਆਂ ਬੰਦਿਆਂ ਦੀਆਂ ਬੜਾ ਫਰੰਟ ਲਾਈਨ ਤੇ ਆ ਕੇ ਉਹਨਾਂ ਨੇ ਇੱਕ ਬੰਦੇ ਦੀ ਮਤਲਬ ਜ਼ਮਾਨਤਾਂ ਕਰਾਈਆਂ ਆਪਣੇ ਲੈਵਲ 'ਚ ਫਰੰਟ ਤੇ ਆ ਕੇ। ਬਹੁਤ ਵਧੀਆ ਉਹਨਾਂ ਨੇ ਪ੍ਰੋਗਰਾਮ ਕੀਤਾ ਆਪਣਾ ਔਰ ਉਹ ਜਿਹੜਾ ਉਹਨਾਂ ਨੇ ਕਿਸਾਨਾਂ ਦੇ ਪ੍ਰਤੀ ਆਪਣਾ ਫੇਵਰੇਬਲ ਜੋ ਬਣਾਇਆ ਸੀਗਾ ਉਹਦਾ ਅੱਜ ਇਹਨਾਂ ਨੂੰ ਵਾਧਾ ਮਿਲਿਆ ਕਿ ਦੇਖੋ ਇੱਕ ਸਿੱਖ ਚਿਹਰਾ ਜਿਹੜਾ ਹੈਗਾ ਅਸੀਂ ਅਗਰ ਬੀਜੇਪੀ 'ਚ ਲੈ ਆਉਂਦੇ ਹਾਂ, ਆਉਣ ਵਾਲੇ 22 ਦੀਆਂ ਇਲੈਕਸ਼ਨਾਂ ਨੇ, ਉਸ 22 ਦੀਆਂ ਇਲੈਕਸ਼ਨਾਂ ਦੇ ਨਾਲ ਨਾਲ ਇਹਨਾਂ ਨੂੰ ਪੰਜਾਬ ਦੇ ਵਿੱਚ ਵੀ ਬਹੁਤ ਵਾਧਾ ਮਿਲ ਸਕਦਾ ਹੈ। ਠੀਕ ਹੈ। ਦੂਸਰੀ ਗੱਲ ਅੱਜ ਤੁਹਾਨੂੰ ਨਾਲ ਦੀ ਨਾਲ ਇਹ ਵੀ ਗੱਲ ਕਹਿ ਦਈਏ ਕਿ ਜਿਵੇਂ ਕਿ ਸਰਨਾ ਸਾਹਿਬ ਹਜੇ ਕੱਲ ਹੀ ਜੁਆਇਨ ਹੋਏ ਆ, ਨਾਲ ਦੀ ਨਾਲ ਅੱਜ ਇੱਕ ਹੋਰ ਧਮਾਕਾ ਬਹੁਤ ਵੱਡਾ ਬੀਜੇਪੀ ਨੇ ਕਰਤਾ। ਉਹ ਜਿਵੇਂ ਕਹਿ ਸਕਦੇ ਆ, ਹੋ ਸਕਦਾ ਇਹਨਾਂ ਦੇ ਤਾਲੁਕਾਤ ਲਿੰਕ ਵੱਡੇ ਵੱਡੇ ਲੀਡਰਾਂ ਨਾਲ ਅੱਜ ਦੀ ਡੇਟ 'ਚ ਬੀਜੇਪੀ ਦੇ ਜਿਹੜੇ ਗਠਬੰਧਨ ਹੋ ਰਹੇ ਆ ਉਹਦੇ ਨਾਲ 24-25 ਬੰਦੇ ਜਿਹੜੇ ਕਿ ਪੰਜਾਬ ਲੈਵਲ ਦੇ
ਵੱਡੇ ਆਗੂ ਲੀਡਰ, ਕੋਈ ਕਾਂਗਰਸ ਚੋਂ, ਕੋਈ ਅਕਾਲੀ ਦਲ ਚੋਂ, ਕੋਈ ਸਿਆਸਤ ਚੋਂ, ਕੋਈ ਸਿਆਸਤ ਛੱਡ ਗਿਆ, ਕੋਈ ਆਗੂ ਯੂਥ ਦਾ, ਉਹ ਅੱਜ ਬਹੁਤ ਬੰਦੇ ਜਿਹੜੇ ਆਗੂ ਹੈ ਉਹ ਅੱਜ ਬੀਜੇਪੀ ਦੇ ਵਿੱਚ ਹੋਰ ਜੁੜੇ ਨੇ। ਨਾਲ ਦੀ ਨਾਲ ਜਿਹੜੀ ਤੁਸੀਂ ਗੱਲ ਕਰ ਰਹੇ ਸਿੱਧੂ ਮੂਸੇਵਾਲੇ ਦੀ ਗੱਲ ਦੱਸ ਰਹੇ ਹੋ, ਸਿੱਧੂ ਮੂਸੇਵਾਲੇ ਦੀਆਂ ਆਪਾਂ ਕੀ ਗੱਲਾਂ ਕਰੀਏ, ਜਿਵੇਂ ਕਿ ਕਿਹਾ ਜਾ ਸਕਦਾ ਕਿ ਦੇਖੋ ਨੋ ਡਾਊਟ ਯੰਗ ਬਲੱਡ ਮੁੰਡਿਆਂ ਦਾ ਉਹ ਬਹੁਤ ਉਹਦੇ ਫਾਲੋਅਰ ਨੇ, 10 ਕਰੋੜ ਦੇ ਉੱਤੇ ਫਾਲੋਅਰ ਨੇ ਜੀ। ਤੇ ਉਹ ਜਿਹੜਾ ਮੇਬੀ ਉਹਦੇ ਨਾਲ ਜਿੰਨੀ ਮਤਲਬ ਜਨਤਾ, ਈਵਨ ਇੱਥੇ ਤੱਕ ਕਿ NRI ਲੋਕ ਵੀ, ਪੰਜਾਬੀ ਲੋਕ ਸਾਰੇ ਜਿਹੜੇ ਹੈ ਉਹਦੇ ਨਾਲ ਜੁੜੇ ਹੋਏ ਨੇ, ਔਰ ਉਹਨਾਂ ਦਾ ਜੋ ਇੱਥੇ ਇਹੀ ਜਿਹੜਾ ਪਿਆਰ ਹੈਗਾ ਉਹ ਹੁਣ ਦੇਖਦੇ ਆ ਵੀ ਸਿਆਸਤ ਵਿੱਚ ਕਿਹੜੀ ਰੰਗ ਲਿਆਉਂਦਾ। ਸਿੱਧੂ ਮੂਸੇਵਾਲੇ ਨੂੰ ਅਕਸਰ ਲੋਕ ਇਹ ਮੰਨਦੇ ਸਨ ਕਿ ਇਹ ਲੋਕਾਂ ਦੇ ਦਿਲਾਂ ਦੀ ਗੱਲ ਕਰਦੇ ਆ, ਜਿਹੜੇ ਲੋਕਾਂ ਨੇ ਦਿਲਾਂ ਤੇ ਅਰਮਾਨ ਲੁਕੇ ਹੋਏ ਨੇ ਉਹਨਾਂ ਦੀ ਗੱਲ ਕਰਦੇ ਆ। ਕਈ ਵਾਰ ਉਹ ਲੀਡਰਾਂ ਨੂੰ ਇਹ ਵੀ ਕਹਿ ਦਿੰਦੇ ਸੀ ਕਿ ਜਿਹੜੇ ਲੀਡਰ ਵਾ ਉਹ ਗੋਲੀ ਦੇ ਹੱਕਦਾਰ ਆ, ਪਰ ਅੱਜ ਉਹੀ ਲਿਰਿਕਸ, ਉਹ ਲਾਈਨਾਂ ਜਿਹੜੀਆਂ ਉਹਨਾਂ ਦੇ ਖੁਦ ਆਪ ਮੂੰਹੋਂ ਬੋਲੀਆਂ ਸਨ, ਉਹ ਉਲਟੀਆਂ ਪੈਂਦੀਆਂ ਦਿਖਾਈ ਦੇ ਰਹੀਆਂ। ਹਾਂ, ਉਹਨਾਂ ਦੇ ਗਾਣੇ ਦੇ ਵਿੱਚ ਇਹ ਜਿਹੜੀ ਵਰਡਿੰਗ ਆ ਤੁਸੀਂ ਬੋਲੀ ਆ, ਉਹਨਾਂ ਦੇ ਗਾਣੇ ਦੇ ਵਿੱਚ ਇੱਕ ਲਾਈਨ ਹੈਗੀ ਵੀ ਆ, ਇਹ ਪੋਲੀਟੀਕਲ ਦੇ ਉੱਤੇ ਜਿਹੜੀ ਗੋਲੀ ਵਾਲੀ ਗੱਲ ਹੈ। ਲੇਕਿਨ ਉਹ ਗੱਲ ਦੇਖੋ ਜੀ, ਗੱਲ ਹੈ ਸਿਆਸਤ ਦੀ ਜਿਹੜੀ ਗੱਲ ਹੈ, ਤੇ ਉਹ ਇੱਕ ਸੰਗੀਤ ਦਾ ਜਿਹੜਾ ਕੰਮ ਹੈ ਉਹਦੇ ਵਿੱਚ ਵਰਡਿੰਗ ਜਿਹੜੇ ਲਿਰਿਕਸ ਬਣਾਉਣੇ ਆ, ਉਹ ਜੋੜ ਗੰਢ ਜਿਹੜੀ ਬਣਾਉਣੀ ਪੈਂਦੀ, ਉਹ ਇੱਕ ਅਲੱਗ ਤਰ੍ਹਾਂ ਦਾ ਹੈਗਾ। ਜਦੋਂ ਸਿਆਸਤ 'ਚ ਪ੍ਰੈਕਟੀਕਲੀ ਬੰਦਾ ਆਉਂਦਾ ਹੈ ਉਹਦੇ 'ਚ ਇੱਕ ਅਲੱਗ ਹੈ। ਦੇਖੋ ਦੂਸਰੀ ਗੱਲ ਇੱਕ ਹੋਰ ਹੈ, ਬੀਤੇ ਦਿਨੇ ਮੈਂ ਇੱਕ ਪੋਲੀਟੀਕਲ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਅਗਰ ਸਿੱਧੂ ਮੂਸੇਵਾਲਾ ਆਏ ਆ, ਇਹ ਹੁਣ ਮੌਕਾ ਦੱਸੂਗਾ ਵੀ ਉਹ ਆਪਣੀ ਜਵਾਨੀ ਦਾ ਕੀ ਰੰਗ ਲੈ ਕੇ ਆਉਂਦੇ ਨੇ। ਜਿਵੇਂ ਕਿ ਦੇਖੋ ਜਿੰਨੇ ਬੜੀ ਇੱਕ ਇਹਨਾਂ ਦੀ ਜਿਹੜੀ ਫੈਮਿਲੀ ਹੈ, ਇਹਨਾਂ ਦਾ ਬੈਕਗ੍ਰਾਉਂਡ ਹੈ, ਇਹਦੇ ਫਾਦਰ ਸਾਹਿਬ ਵੀ ਮਤਲਬ ਮਿਲਟਰੀ ਦੇ ਵਿੱਚੋਂ ਫੌਜੀ ਰਿਟਾਇਰ ਹੋਏ ਆ। ਦੈਨ ਉਹਦੇ ਬਾਅਦ ਇੱਕ ਬਹੁਤ ਲੋਅਰ ਤਬਕੇ ਦੀ ਫੈਮਿਲੀ ਸੀ, ਉਹ ਜਿੱਥੋਂ ਇਹ ਉੱਠ ਕੇ ਖੜੇ ਹੋਏ ਆ। ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਚੰਨੀ ਜੀ ਨੇ ਵੀ ਇਹ ਗੱਲ ਕਹੀ ਆ, ਆਪਣੇ CM ਪੰਜਾਬ ਚੰਨੀ ਜੀ ਨੇ ਗੱਲ ਕਹੀ ਹੈ ਕਿ ਭਾਈ ਜਿਵੇਂ ਕਿ ਇਹ ਮੇਰਾ ਘਰ ਪਰਿਵਾਰ ਰਿਹਾ ਹੈ ਥੱਲੇ ਲੈਵਲ ਦਾ, ਉਸ ਤਰ੍ਹਾਂ ਹੀ ਇਹੋ ਜਿਹੇ ਬੰਦੇ ਸਾਡੇ ਨਾਲ ਜੁੜ ਰਹੇ ਆ। ਤੇ ਸੈਕੰਡਲੀ ਗੱਲ ਹੈ, ਜਿਵੇਂ ਰਾਜਾ ਬੜਿੰਗ ਦੀ ਉਹਨਾਂ ਨੇ ਬੜੀ ਤਾਰੀਫ ਕੀਤੀ, ਸਿੱਧੂ ਸਾਹਿਬ ਦੀ ਵੀ ਗੱਲ ਕੀਤੀ। ਇਹਦੇ ਦੌਰਾਨ ਇੱਕ ਗੱਲ ਪਿੱਛੇ ਬੀਤੀ ਦਿਨੀ ਮੈਂ ਇੱਕ ਗੱਲ ਸੁਣ ਰਿਹਾ ਸੀਗਾ, ਕੁਝ 2 ਦਿਨ ਪਹਿਲਾਂ, ਇੱਕ ਆਪਣੇ ਪੱਤਰਕਾਰ ਜਰਨਲਿਸਟ ਹੋਏ ਆ ਕੰਵਰ ਸੰਧੂ ਜੀ, ਜਿਹੜੇ ਪੱਤਰਕਾਰੀ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ MLA ਵੀ ਰਹੇ ਆ, ਸੁਖਪਾਲ ਖਹਿਰਾ ਨਾਲ ਆਏ ਸੀ, ਹੈਗੇ ਹੀ ਹੈ। ਤੇ ਪਿਛਲੇ ਦਿਨੀ ਉਹਨਾਂ ਨੇ ਕਾਫੀ ਹੱਦ ਤੱਕ ਆਪਣੇ ਆਪ ਨੂੰ ਮੀਡੀਆ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਕਾਫੀ ਉਜਾਗਰ ਕੀਤਾ, ਦੱਸਿਆ ਕਿ ਦੇਖੋ ਲੋਕਾਂ ਨੂੰ ਕਿੰਨਾ ਕਰੇਜ਼ ਹੁੰਦਾ ਹੈ ਪੋਲੀਟੀਕਲ ਦੇ ਵਿੱਚ। ਮੈਂ ਵੀ ਇਹ ਸ਼ੌਂਕ ਪਾਲਿਆ, ਮੈਂ ਵੀ ਆਪਣੀ ਇਸ ਪੱਤਰਕਾਰੀ ਤੋਂ ਉੱਠ ਕੇ ਵੀ ਲੋਕਾਂ ਦਾ ਭਲਾ ਕਰਨ ਦੀ ਥਾਂ ਤੇ ਕਿ ਭਾਈ ਜਿਹੜੇ ਅੱਜ ਤੱਕ ਲੋਕਾਂ ਦੀ ਗੱਲ ਸ਼ਾਇਦ ਪੋਲੀਟੀਕਲ ਲੈਵਲ 'ਚ ਮੈਂ ਬਣ ਕੇ ਕੁਝ ਨਾ ਕੁਝ ਲੋਕਾਂ ਦੀ ਗੱਲ ਅੱਗੇ ਪਹੁੰਚਾਵਾਂ ਸਰਕਾਰ ਤੱਕ, ਉਹ ਲੋਕਾਂ ਨੇ ਉਹਨੂੰ ਬੜਾ ਵਧੀਆ ਸਨਮਾਨ ਵੀ ਦਿੱਤਾ ਔਰ ਉਹਨਾਂ ਨੂੰ ਚੁਣ ਕੇ ਲੈ ਕੇ ਵੀ ਆਉਂਦਾ। ਲੇਕਿਨ ਉਹਨਾਂ ਦਾ ਇਹ ਕਹਿਣਾ ਮੈਂ ਸੁਣਿਆ ਕਿ ਇੱਕ ਸੱਤਾਧਾਰੀ ਪਾਰਟੀ ਤੇ ਇੱਕ ਆਪੋਜ਼ਿਟ ਲੀਡਰ, ਜਿਵੇਂ ਕਿ MLA ਹੈਗੇ ਆ, ਉਹਨਾਂ ਨੇ ਮਤਲਬ ਜਿੰਨੇ 4 ਸਾਲ 4.5 ਸਾਲ ਹੋ ਗਏ ਉਹਨਾਂ ਨੂੰ, ਉਹਨਾਂ ਨੇ ਆਪਣੀ ਪ੍ਰੋਫਾਈਲ ਦੇ ਵਿੱਚ, ਆਪਣੀ ਬਾਇਓਗ੍ਰਾਫੀ 'ਚ ਵੀ ਲਿਖਿਆ, ਉਹਨਾਂ ਨੇ ਲਿਖਿਆ ਵੀ ਭਾਈ ਵੀ ਮੈਂ ਜਦੋਂ ਹੀ ਮਤਲਬ ਆਇਆ ਉਹਦੇ ਨਾਲ ਦੀ ਨਾਲ ਮੈਨੂੰ ਮਤਲਬ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਜਾਂ ਹੋਰ ਵੀ ਜਿਹੜੇ ਆਪਣੇ ਨੇਤਾ ਨੇ, ਕੈਬਨਿਟ ਮੰਤਰੀ ਕਈ ਸੀਗੇ, ਜਾਂ ਮੈਂ ਉੱਥੇ ਇਜਲਾਸ ਵੀ ਸਾਰੇ ਉਹਨਾਂ ਨੇ ਜੁਆਇਨ ਕੀਤੇ ਆ, ਵੀ ਉਹਨਾਂ ਦੇ ਇਜਲਾਸਾਂ ਦੇ ਵਿੱਚ ਵੀ ਕੋਈ ਰਿਜ਼ਲਟ ਨਹੀਂ ਨਿਕਲਿਆ। ਪਹਿਲੇ ਦਿਨ ਤੋਂ ਲੈ ਕੇ ਮੈਂ 12-14 1 ਸਾਲ ਦੇ ਵਿੱਚ ਹੁੰਦੇ ਨੇ, ਉਹ ਸਾਰੇ ਇਜਲਾਸ ਮੈਂ ਗਿਆ ਵਾਂ, ਹਾਜ਼ਰੀ ਲਾਈ ਹੈ। ਵੀ ਜੋ ਸੱਤਾਧਾਰੀ ਪਾਰਟੀ ਨੇ ਕਰਨਾ ਉਹੀ ਹੋਣਾ, ਓਪੋਜ਼ਿਟ ਚਾਹੇ MLA ਬਣ ਗਿਆ, ਉਹਦੀ ਕੋਈ ਪੁੱਛ ਨਹੀਂ। ਠੀਕ ਹੈ, ਅਗਰ ਉਹ ਸੱਤਾਧਾਰੀ ਪਾਰਟੀ ਦਾ ਚਾਹੇ ਹਲਕਾ ਇੰਚਾਰਜ ਵੀ ਹੈ, ਉਹਦੀ ਪੁੱਛ ਹੈ। ਈਵਨ ਇੱਥੇ ਤੱਕ ਕਿ ਉਹਨਾਂ ਨੇ ਪਹਿਲੀ ਹੀ ਇਜਲਾਸ ਦੇ ਵਿੱਚ ਇੱਕ ਆਪਣਾ ਮੈਮੋਰੰਡਮ ਦਿੱਤਾ ਸੀ ਕਿ ਭਾਈ ਜਿਵੇਂ ਕਿ MP ਕੋਟੇ ਨੂੰ, MP ਦਾ ਇੱਕ ਕੋਟਾ ਹੁੰਦਾ, ਉਹਨੂੰ ਪੈਸੇ ਮਿਲਦੇ ਆ, ਫੰਡ ਮਿਲਦੇ ਆ, ਆਪਣੇ ਇਲਾਕਾ ਦੇ ਵਿੱਚ ਉਹਦੀ ਵਿਕਾਸ ਇੱਕ ਕਮੇਟੀ ਬਣਨੀ ਚਾਹੀਦੀ ਹੈ। ਔਰ ਉਸ ਕਮੇਟੀ ਦੇ ਵਿੱਚ ਉਹਨੂੰ ਪਤਾ ਹੋਣਾ ਚਾਹੀਦਾ ਵੀ ਜਿਹੜਾ MLA ਸੀ ਆਪਣੇ ਇਲਾਕੇ ਦਾ ਹੈਗਾ, ਵੀ ਉਹਦੇ ਇਲਾਕੇ ਦੇ ਵਿੱਚ ਕਿਹੜੇ ਕੰਮ ਹੋ ਗਏ, ਕਿਹੜੇ ਹੋ ਰਹੇ ਆ, ਕਿਹੜੇ ਹੋਣੇ ਚਾਹੀਦੇ ਆ, ਉਹ ਦਿਨ ਬ ਦਿਨ ਆਪਣੇ ਉੱਥੇ ਮੀਟਿੰਗਾਂ ਕਰਨ, ਆਪਣੇ ਇੰਚਾਰਜ ਬਣਾਉਣ, ਉੱਥੇ ਕਰਨ। ਇਹ ਜਿਹੜੀ ਚੀਜ਼ ਹੈ, ਇਹਦੇ ਵਾਸਤੇ ਉਹਨਾਂ ਨੂੰ ਫੰਡ ਵੀ ਮਿਲਣਾ ਚਾਹੀਦਾ। ਉਹ ਕਹਿੰਦੇ ਮੈਂ ਮਨਪ੍ਰੀਤ ਬਾਦਲ ਸਾਹਿਬ ਕੋਲ ਗਿਆ, ਆਪਣੇ ਫਾਈਨਾਂਸ ਮਿਨਿਸਟਰ ਕੋਲ, ਕਹਿੰਦੇ ਸਾਡੇ ਕੋਲ ਫੰਡ ਹੀ ਹੈ ਨਹੀਂ ਜੀ। ਠੀਕ ਹੈ, ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਪੱਤਰਕਾਰ ਜਿਹੜੇ ਬਹੁਤ ਤਕੜੇ ਐਕਸਪੀਰੀਅੰਸ ਰੱਖਦੇ ਸੀਗੇ, ਉਹਨਾਂ ਨੇ ਵੀ ਇਹ ਪੋਲੀਟੀਕਲ ਦੇ ਵਿੱਚ ਆ ਕੇ ਦੇਖ ਲਿਆ ਵੀ ਇਹ ਪੋਲੀਟੀਕਲ ਦਾ ਕੀ ਰੰਗ ਹੁੰਦਾ ਹੈ। ਕਹਿਣੀ ਕਥਨੀ 'ਚ ਬੜਾ ਫਰਕ ਹੈ। ਸੋ ਦੈਟ ਕਹਿਣ ਦਾ ਮਤਲਬ ਹੈ ਕਿ ਸੰਗੀਤਕਾਰ ਦਾ ਦੇਖੋ ਅੱਜ ਦੀ ਡੇਟ 'ਚ ਜੇ ਕਿਹਾ ਜਾਵੇ ਤੇ ਆਪਾਂ ਸੰਗੀਤਕਾਰਾਂ ਦੀ ਗੱਲ ਕਰੀਏ ਜਾਂ ਕੋਈ ਪੋਲੀਟੀਕਲ ਲੈਵਲ ਦੇ ਵਿੱਚ ਜਿੰਨੇ ਬੰਦੇ ਆ, ਘੁੱਗੀ ਜੀ, ਭਗਵੰਤ ਮਾਨ ਜੀ, ਇਹ ਸਾਰੇ ਕੋਈ ਨਾ ਕੋਈ ਫਿਲਮੀ ਦੁਨੀਆ 'ਚੋਂ ਆਇਆ, ਕੋਈ ਕਿੱਥੋਂ ਆਇਆ, ਕਈਆਂ ਨੇ ਆਪਣੇ ਸੰਗੀਤ ਦੇ ਵਿੱਚੋਂ ਆਏ, ਬਹੁਤ ਬੰਦੇ ਜਿਹੜੇ ਹੈਗੇ ਆ ਅੱਜ ਪੋਲੀਟੀਕਲ ਦੇ ਨਾਲ ਜੁੜੇ ਹੋਏ ਨੇ। ਤੁਸੀਂ ਭਗਵੰਤ ਮਾਨ ਦੀ ਗੱਲ ਕੀਤੀ ਆ, ਬੀਤੇ ਦਿਨ ਪਠਾਨਕੋਟ ਪਹੁੰਚੇ ਸੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਨਾਲ ਸੀਗੇ, ਕਈ ਯੋਗੀ ਸ਼ਖਸੀਅਤਾਂ ਨਾਲ ਸੀਗੀਆਂ,
ਪਰ ਉੱਥੇ ਚੌਥਾ ਵੀ ਜਿਹੜਾ ਵੱਡਾ ਵਾਅਦਾ ਕਰ ਦਿੱਤਾ ਗਿਆ ਏ, ਪਰ ਉੱਥੇ ਫਿਰ ਇਹੀ ਰੌਲਾ ਚੱਲਦਾ ਰਿਹਾ। ਆਮ ਲੋਕ ਮੀਡੀਆ ਵਾਲੇ ਉੱਚੀ ਉੱਚੀ ਬੋਲਦੇ ਪਏ ਸੀ, ਕੇਜਰੀਵਾਲ ਤੋਂ ਸਵਾਲ ਪੁੱਛਦੇ ਪਏ ਸਨ ਕਿ ਸੀਐਮ ਚਿਹਰਾ ਕੌਣ ਹੈ। ਦੇਖੋ ਗੱਲ ਕਲੀਅਰ ਸਾਹਿਬ ਇੱਦਾਂ ਹੈ, ਪਿਛਲੀ ਦਿਨੀ ਵੀ ਤੇ ਜਿਹੜੀ ਹੁਣ ਮੀਟਿੰਗ ਹੋਈ ਹੈ, ਇਸ ਮੀਟਿੰਗ ਦੇ ਵਿੱਚ ਜਿਹੜਾ ਭਗਵੰਤ ਮਾਨ ਦਾ ਗੱਲ ਆਪਾਂ ਜਿਵੇਂ ਕਰਦੇ ਆ ਕਿ ਹਾਂਜੀ ਉੱਥੇ ਚਿਹਰਾ ਕਿਹੜਾ ਰਹੂਗਾ, ਸੀਐਮ ਜਿਹੜੇ ਦਿੱਲੀ ਦੇ ਕੇਜਰੀਵਾਲ ਸਾਹਿਬ ਉਹਨਾਂ ਨੇ ਕਲੀਅਰ ਕੱਟ ਲਫ਼ਜ਼ਾਂ ਦੇ ਵਿੱਚ ਇਹ ਕਹਿ ਦਿੱਤਾ ਹੈ ਕਿ ਜਦੋਂ ਤੱਕ ਦੂਸਰੀਆਂ ਪਾਰਟੀਆਂ ਵਾਲੇ ਆਪਣੇ ਸੀਐਮ ਦਾ ਚਿਹਰਾ ਇੱਥੇ ਉਜਾਗਰ ਕਰਨਗੇ, ਅਨਾਉਂਸ ਕਰਨਗੇ, ਅਸੀਂ ਉਹਨਾਂ ਤੋਂ ਪਹਿਲਾਂ ਹੀ ਕਰ ਦਾਂਗੇ। ਪਰ ਅੱਜ ਨਾ ਇੱਕ ਚੈਨਲ ਤੇ ਖਬਰ ਚੱਲਦੀ ਪਈ ਸੀ ਕਿ ਭਗਵੰਤ ਮਾਨ ਹੋ ਸਕਦਾ ਹੈ ਕਿ ਭਾਜਪਾ ਦੇ ਵਿੱਚ ਚਲੇ ਆਣ। ਦੇਖੋ ਕਹਿਣੀਆਂ ਬਹੁਤ ਸੁਣਦਾ ਹੈ ਕਿ ਪਿਛਲੇ ਦਿਨੀ ਜੇ ਵੀ ਸੁਣਿਆ ਸੀ ਵੀ ਉਹ ਕਾਂਗਰਸ ਵਿੱਚ ਵੀ ਆ ਰਿਹਾ ਹੈ। ਅੱਛਾ। ਤੇ ਉਹਦੇ ਨਾਲ ਇਹ ਵੀ ਸੁਣਿਆ ਜਾ ਰਿਹਾ ਸੀ ਕਿ ਹੋ ਸਕਦਾ ਹੈ ਸਿੱਧੂ ਸਾਹਿਬ, ਜੋ ਨਵਜੋਤ ਸਿੰਘ ਸਿੱਧੂ ਹੈ, ਉਹ ਆਮ ਆਦਮੀ ਪਾਰਟੀ ਦੇ ਸ਼ਾਇਦ ਵੇਟ ਕਰ ਰਹੇ ਨੇ ਉਹਨਾਂ ਦੇ। ਤੇ ਨਾਲ ਦੀ ਨਾਲ ਕੱਲ ਕੇਜਰੀਵਾਲ ਸਾਹਿਬ ਨੇ ਬਿਆਨ ਵੀ ਦੇ ਦਿੱਤਾ ਕਿ ਨਹੀਂ ਜੀ ਹੁਣ ਅਸੀਂ ਕੋਈ ਉਹਨਾਂ ਦੀ ਉਹ ਉਮੀਦ ਨਹੀਂ ਰੋਕਦੇ। ਭਾਵ ਕਹਿਣ ਦਾ ਇਹ ਹੈ ਵੀ ਇੱਥੇ ਜਿੰਨੇ ਮੂੰਹ ਹੋਣੀਆਂ ਗੱਲਾਂ, ਇਹ ਪ੍ਰੈਕਟੀਕਲੀ ਉਦੋਂ ਹੀ ਹੁੰਦਾ ਹੈ। ਦੇਖੋ ਜੇ ਇਹੋ ਜਿਹੀਆਂ ਗੱਲਾਂ ਬਾਤਾਂ ਹੁੰਦੀਆਂ ਨਾ, ਇਹ ਕਲੀਅਰ ਸਾਹਿਬ ਅੰਦਰੋਂ ਅੰਦਰ ਹੀ ਬਹੁਤ ਕੁਝ ਚੱਲਦਾ ਹੁੰਦਾ ਹੈ। ਇਹ ਸਿਆਸਤ ਹੈ, ਇਹ ਕਿਸੇ ਵੇਲੇ ਵੀ ਕਦੋਂ ਪਲਟਾ ਵੱਜ ਜਾਵੇ ਕੁਝ ਨਹੀਂ ਪਤਾ। ਜੇ ਰਾਤੋਂ ਰਾਤ ਤਖਤਾ ਅਗਰ ਅਮਰਿੰਦਰ ਸਿੰਘ ਦਾ ਉਲਟ ਸਕਦਾ ਹੈ ਤੇ ਇਹ ਤਾਂ ਕੋਈ ਗੱਲ ਹੀ ਕੋਈ ਨਹੀਂ, ਇਹ ਤਾਂ ਨਾਰਮਲ ਜੀ ਗੱਲ ਹੈ। ਇਸ ਕਰਕੇ ਕੋਈ ਵੱਡੀ ਗੱਲ ਨਹੀਂ ਹੈ ਕਿ ਨਾਲੇ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਸਿਆਸਤ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਗੱਲ ਕਰ ਰਹੇ ਸੀ ਆਪਾਂ ਨੇਤਾ ਚੁਣਨ ਦੀ, ਉਹਨਾਂ ਨੇ ਆਪਣੀ ਵਰਡ ਜਿਵੇਂ ਦਿੱਤੇ ਆ ਵੀ ਭਾਈ ਜਦੋਂ ਸਿਆਸਤ ਦਾ ਆਪਣਾ ਬੀਨ ਵੱਜੂਗਾ ਜਾਂ ਜਦੋਂ ਇੱਕ ਵਾਰੀ ਅਨਾਉਂਸ ਹੋ ਜੂਗੀ, ਕੋਡ ਆਫ ਕੰਡਕਟ ਲੱਗੂਗਾ, ਉਸ ਤੋਂ ਪਹਿਲਾਂ ਅਸੀਂ ਅਨਾਉਂਸ ਕਰ ਦਿਆਂਗੇ। ਠੀਕ ਹੈ। ਨਾਲ ਦੀ ਨਾਲ ਜਿਹੜੀ ਆਪਾਂ ਚੌਥੀ ਗਰੰਟੀ ਦੀ ਗੱਲ ਕਰ ਰਹੇ ਸੀਗੇ, ਉਹ ਗਰੰਟੀ ਚੌਥੀ ਦੇ ਵਿੱਚ ਉਹਨਾਂ ਨੇ ਬੜੇ ਸਿੱਧੇ ਸਪਸ਼ਟ ਵਰਡਾਂ 'ਚ ਕਿਹਾ ਕਿ ਭਾਈ ਅਸੀਂ ਜਿਵੇਂ ਪਹਿਲੀ ਦੂਜੀ ਤੀਜੀ ਉਹਨਾਂ ਨੇ ਗਰੰਟੀਆਂ ਇੱਥੇ ਦਿੱਤੀਆਂ, ਪਾਵਰ ਤੇ ਹੈਲਥ ਤੇ ਸਾਰਾ ਕੁਝ। ਉਹਨਾਂ ਨੇ ਐਜੂਕੇਸ਼ਨ ਦੇ ਉੱਤੇ ਜਿਹੜੀ ਗੱਲ ਕੀ ਹੈ ਕਿ ਭਾਈ ਅਸੀਂ ਸਕੂਲ ਜਿਹੜੇ ਹੈਗੇ ਆ ਮਾਡਰਨਾਈਜੇਸ਼ਨ ਸਕੂਲ ਬਣਾਵਾਂਗੇ, ਬੱਚਿਆਂ ਦੀ ਸਕੂਲਾਂ ਦੇ ਵਿੱਚ ਜਿਹੜੀ ਟੋਟਲੀ ਐਜੂਕੇਸ਼ਨ ਫ੍ਰੀ ਕਰਾਂਗੇ, ਔਰ ਸਮਾਰਟ ਸਕੂਲ ਜਿਹਨੂੰ ਕਹਿੰਦੇ ਆਪਾਂ, ਉਹ ਵਧੀਆ ਸਕੂਲ ਤਿਆਰ ਕੀਤੇ ਜਾਣਗੇ। ਔਰ ਸਿਸੋਦੀਆ ਸਾਹਿਬ ਨੇ ਬੜਾ ਵਧੀਆ ਸਪੋਰਟ ਕੀਤਾ, ਔਰ ਈਵਨ ਕਈ ਸਕੂਲਾਂ ਦੇ ਵਿੱਚ ਉਹਨਾਂ ਨੇ ਜਿਹੜਾ ਵੀ ਲਗਾਇਆ, ਚੈਕਿੰਗ ਕੀਤੀ ਹੈ, ਦਿਖਾਇਆ ਗਿਆ ਕਿ ਉਹਨਾਂ ਨੇ ਇੱਕ ਇਸ ਗੱਲੋਂ ਉਹਨਾਂ ਨੇ ਜਿਵੇਂ ਚੰਨੀ ਸਾਹਿਬ ਤੇ ਵੀ ਤਾਜ ਕੱਸਿਆ ਜੀ ਆਪਣੀ ਲਿਸਟ ਤਿਆਰ ਕੀਤੀ ਆ, ਲਿਸਟ ਉਜਾਗਰ ਕਰੋ, ਉਹਨਾਂ ਨੂੰ ਉਜਾਗਰ ਕਰਕੇ ਵੀ ਦਿਖਾ ਦਿੱਤੀ ਇਹ ਲਿਸਟ ਜਿਹੜੀ ਹੈਗੀ ਆ ਉਹ ਇਸ ਤਰ੍ਹਾਂ ਦੀ ਲਿਸਟ ਹੈ। ਭਗਵੰਤ ਮਾਨ ਦੀ ਗੱਲ ਕਰਦੇ ਪਏ ਸੀ ਆਪਾਂ, ਭਗਵੰਤ ਮਾਨ ਦਾ ਜੇਕਰ ਚਿਹਰਾ ਹਾਲੇ ਤੱਕ ਅਨਾਉਂਸ ਨਹੀਂ ਕੀਤਾ, ਚਲੋ ਮੰਨ ਲੈਂਦੇ ਆ ਕਿ ਉਹਨਾਂ ਨੇ ਅਰਵਿੰਦ ਕੇਜਰੀਵਾਲ ਨੇ ਕਹਿਤਾ ਕਿ ਨਜ਼ਦੀਕ ਆ ਕੇ ਅਸੀਂ ਪੱਤੇ ਖੋਲਾਂਗੇ, ਪਰ ਕਿਤੇ ਨਾ ਕਿਤੇ ਜਿਹੜੇ ਆਮ ਵਰਕਰ ਨੇ ਜੋ ਜ਼ਮੀਨੀ ਪੱਧਰ ਤੇ ਕੰਮ ਕਰਦੇ ਨੇ ਉਹਨਾਂ ਨੂੰ ਠੇਸ ਜਾਂ ਉਹਨਾਂ ਨੂੰ ਇੱਕ ਮਿਲਦੀ ਨਹੀਂ, ਵਿਸ਼ਵਾਸ ਨਹੀਂ ਮਿਲਦਾ ਪਿਆ। ਦੇਖੋ ਤੁਹਾਡੇ ਜਿਹੜੀ ਗੱਲ ਹੈ ਬੜੀ ਪਾਇਬਲ ਕੁਐਸਚਨ ਹੈ ਤੁਹਾਡਾ, ਬਹੁਤ ਵਧੀਆ ਤੁਹਾਡਾ ਇਹ ਕੁਐਸਚਨ ਦਾ। ਮੇਨ ਗੱਲ ਇਹ ਹੈ ਦੇਖੋ ਅਗਰ ਦੂਸਰੀ ਸਾਈਡ ਜਿੱਦਾਂ ਆਪਾਂ ਆਪਸੀ ਪਰਸਨਲੀ ਗੱਲ ਕਰੀਏ ਕਿ ਆਮ ਆਦਮੀ ਕੋਲ ਪਾਰਟੀ ਕੋਲ ਐਟ ਪ੍ਰੈਜ਼ੈਂਟ ਟਾਈਮ ਚਿਹਰਾ ਹੈ ਕਿਹੜਾ, ਕਿ ਉਹ ਉੱਥੋਂ ਬਾਹਰੋਂ ਆਪਣੇ ਦਿੱਲੀ ਚੋਂ ਭੇਜਣਗੇ ਜਾਂ ਇੱਥੇ ਪੰਜਾਬ ਦੇ ਵਿੱਚ ਜਿਹਦੇ ਸਿਰ ਦੇ ਜਿਹਦੇ ਬਲਬੂਤੇ ਦੇ ਜਿਹਨੇ ਪਾਰਟੀ ਨੂੰ ਜੋੜ ਕੇ ਰੱਖਿਆ, ਜਿਹਨੇ ਅੱਜ ਤੱਕ ਜੋ ਲੋਕ ਸਭਾ ਦੇ ਵਿੱਚ ਐਡਾ ਵਧੀਆ ਸਪੀਕਰ ਕੋਈ ਨਹੀਂ ਬੋਲ ਸਕਿਆ, ਪੰਜਾਬ ਦੀ ਗੱਲ ਕੋਈ ਨਹੀਂ ਅੱਗੇ ਰੱਖ ਸਕਿਆ, ਉਹ ਭਗਵੰਤ ਮਾਨ ਨੇ ਕਰਕੇ ਦਿਖਾਇਆ। ਔਰ ਜੇ ਇੰਨਾ ਵਧੀਆ ਔਰ ਇੰਨਾ ਵੱਡਾ ਚਿਹਰਾ ਇਹਨਾਂ ਕੋਲ ਹੈਗਾ, ਇਹਨਾਂ ਨੂੰ ਡਰ ਕਿਸ ਗੱਲ ਦਾ ਹੈ? ਕਿ ਉਹਨਾਂ ਨੂੰ ਇਸ ਗੱਲ ਦਾ ਡਰ ਹੈ ਕਿ ਉਹਨਾਂ ਦੀਆਂ ਪੁਰਾਣੀਆਂ ਰਣਨੀਤੀਆਂ ਬਾਹਰ ਆ ਜਾਊਗੀਆਂ, ਕਿ ਇੱਕ ਟਾਈਮ ਦੇ ਦੌਰਾਨ ਉਹ ਬੜੀ ਡਰਿੰਕ ਕਰਦੇ ਸੀ ਜਾਂ ਪੁਰਾਣਾ ਬਹੁਤ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਉੱਤੇ ਤੰਜ ਕੱਸੇ ਗਏ ਲੋਕਾਂ ਨੇ। ਪਰ ਹਰ ਵੇਲੇ ਜਿਹੜੇ ਹੈ ਨਾ ਇਕਸਾਰ ਨਹੀਂ ਬੰਦਾ ਹੁੰਦਾ। ਜੋ ਕੁਝ ਟਾਈਮ ਹੁਣ ਕਾਫੀ ਟਾਈਮ ਤੋਂ ਦੇਖਿਆ ਗਿਆ, ਪਿਛਲੇ ਦਿਨੀ ਅਸੀਂ ਇੱਕ ਵੀਡੀਓ ਇੱਥੇ ਆਪਣੇ ਚੈਨਲ ਤੇ ਵੀ ਲਗਾਈ ਸੀ, ਈਵਨ ਉਹਨਾਂ ਦੀ ਮਦਰ ਦੇ ਨਾਲ ਅਸੀਂ ਇੱਕ ਸਟੇਟਮੈਂਟ ਵੀ ਲਈ ਸੀ। ਤੁਸੀਂ ਸਾਡੀ ਵੀਡੀਓ YouTube ਤੇ ਜਾ ਕੇ ਦੇਖਿਓ ਕਿ ਉਹਨਾਂ ਦੀ ਇੱਕ ਅਸੀਂ ਵੀਡੀਓ ਲਾਈ ਸੀ, ਉਹਦੀ ਮਦਰ ਨੇ ਕਲੀਅਰ ਕੱਟ ਗੱਲ ਕਿਹਾ ਕਿ ਇਹਨੇ ਮੇਰੀ ਕਸਮ ਖਾਧੀ ਹੈ, ਵੀ ਮਾਂ ਦੀ ਕਸਮ ਖਾਧੀ ਹੈ ਕਿ ਮੈਂ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਊਂਗਾ। ਤੋ ਸੋ ਦੈਟ ਇਹ ਆ ਵੀ ਜੇ ਇੰਨੇ ਟਾਈਮ ਤੋਂ ਉਹਨਾਂ ਨੇ ਇਹ ਵੀ ਕੁਰਬਾਨੀ ਦਿੱਤੀ ਹੈ ਤੇ ਪੰਜਾਬ ਦੇ ਲੋਕਾਂ ਲਈ ਅੱਜ ਬੜਾ ਵੱਧ ਚੜ ਕੇ ਯੋਗਦਾਨ ਕਰ ਰਹੇ ਆ, ਪਾ ਰਹੇ ਆ, ਔਰ ਬੜੇ ਲੋਕਾਂ ਨੂੰ ਇਕੱਠਾ ਕਰ ਰਹੇ ਆ। ਆਮ ਆਦਮੀ ਪਾਰਟੀ ਦੀ ਆਪਾਂ ਦੂਸਰੀ ਸਾਈਡ ਗੱਲ ਕਰੀਏ, ਟੋਟਲ ਮਿਲਾ ਕੇ 2017 ਦੀ ਜਿਹੜੀ ਆਪਾਂ ਕਹਿ ਸਕਦੇ ਆ ਐਮਐਲਏ ਦੀ ਇਲੈਕਸ਼ਨਾਂ ਹੋਈਆਂ 2017 ਦੀਆਂ, ਉਹਨਾਂ ਦੇ ਵਿੱਚ ਇਹਨਾਂ ਕੋਲ 20 ਸੀਟਾਂ ਇਹਨਾਂ ਨੂੰ ਮਿਲੀਆਂ ਸੀ, 20 ਐਮਐਲਏ ਇਹਨਾਂ ਦੇ ਤਿਆਰ ਹੋਏ ਸੀ। ਕਲੀਅਰ ਸਾਹਿਬ ਅੱਜ ਕਿੰਨੇ ਆ ਉਹ 10-12 ਤਾਂ ਮੇਰਾ ਖਿਆਲ ਉਹਨਾਂ ਚੋਂ ਚਲੇ ਗਏ, 8-9 ਰਹਿ ਗਏ। ਤੇ ਹਜੇ ਵੀ ਅਗਰ ਕੇਜਰੀਵਾਲ ਸਾਹਿਬ ਵੇਟ ਕਰ ਰਹੇ ਆ ਵੀ ਕੋਈ ਹੋਰ ਬੰਦਾ ਐਲਾਨ ਕਰਨ ਦੀ ਜਾਂ ਦੇਖਣ ਦੀ, ਮੈਨੂੰ ਲੱਗਦਾ ਕਿ ਜਿਹੜੇ ਰਹਿੰਦੇ ਖੰਦੇ ਹੈਗੇ ਉਹ ਵੀ ਚਲੇ ਜਾਣਗੇ ਕਿਸੇ ਨਾ ਕਿਸੇ ਹੋਰ ਪਾਰਟੀ 'ਚ। ਇਹ ਨਹੀਂ ਮੈਂ ਕਹਿੰਦਾ ਕਿ ਉਹ ਕਾਂਗਰਸ 'ਚ ਜਾਣਗੇ ਜਾਂ ਬੀਜੇਪੀ 'ਚ। ਹੁਣ ਦੇਖੋ ਬੀਜੇਪੀ ਨੇ ਵੀ ਕੁਝ ਆਪਣਾ ਕਰੰਟ ਦਿਖਾਤਾ, ਉਹਦੇ ਨਾਲ ਮੇਨ ਜਿਵੇਂ ਕਿ ਅੱਜ ਦੀ ਡੇਟ ਦੇ ਵਿੱਚ ਪਹਿਲਾਂ ਸਾਰਾ ਅੱਜ ਤੋਂ ਪਹਿਲਾਂ ਇਹ ਕਿਹਾ ਜਾ ਸਕਦਾ ਸੀ ਕਿ ਦੇਖੋ ਵੀ ਭਾਈ ਬੀਜੇਪੀ ਦੇ ਬੰਦੇ ਸ਼ਹਿਰੋਂ ਬਾਹਰ ਨਹੀਂ ਨਿਕਲ ਸਕਦੇ, ਪਿੰਡਾਂ 'ਚ ਨਹੀਂ ਜਾ ਸਕਦੇ, ਕਿ ਜਿਹੜਾ ਉਹਨਾਂ ਨੇ ਕੰਮ ਕੀਤਾ ਸ਼ਾਇਦ ਜਿਹੜੇ ਕਿਸਾਨ ਹੈ ਹੋ ਸਕਦਾ ਉਹਨਾਂ ਨਾਲ ਉਹ ਵੀ ਜੁੜ ਜਾਣ। ਠੀਕ ਹੈ, ਕਿਉਂਕਿ ਬੀਤੇ ਦਿਨੀ ਉਹਨਾਂ ਨੇ ਇਹ ਵੀ ਐਲਾਨ ਕਰਤਾ ਵੀ ਕਿਸਾਨਾਂ ਨੂੰ ਜਿਹੜੀ MSP ਦੇ ਉੱਤੇ ਜਿਹੜਾ ਉਹਨਾਂ ਨੇ ਕਿਹਾ
ਔਰ ਇੱਕ ਤੁਹਾਨੂੰ ਤਾਜ਼ਾ ਜਿਹੜੀ ਕੱਲ ਦੀ ਨਿਊਜ਼ ਆਉਣ ਵਾਲੀ ਹੈ ਤੁਹਾਨੂੰ ਪਤਾ ਲੱਗ ਜਾਊਗਾ ਕੱਲ ਦੇ ਦਿਨਾਂ 4 ਤਰੀਕ ਨੂੰ ਉਹਨਾਂ ਦੀ ਜਿਹੜੀ ਸੰਯੁਕਤ ਮੋਰਚੇ ਦੀ ਮੀਟਿੰਗ ਹੈ ਉਹਦੇ ਵਿੱਚ ਉਹਨਾਂ ਨੇ ਇਹੀ ਐਲਾਨ ਕੀਤਾ ਕਿ ਭਾਈ ਵੀ ਜਿਹੜੇ 5 ਬੰਦੇ ਜਿਹੜੇ ਹੈਗੇ ਅਸੀਂ ਐਮਐਸਪੀ ਦੇ ਵਿੱਚੋਂ ਤੁਹਾਡੇ ਅਸੀਂ ਸੰਯੁਕਤ ਮੋਰਚੇ ਚੋਂ ਅਸੀਂ ਲੈਣ ਨੂੰ ਤਿਆਰ ਆ ਤੁਸੀਂ ਐਮਐਸਪੀ ਦੇ ਵਿੱਚੋਂ ਈਵਨ ਇਹ ਜਿਹੜੀਆਂ ਸਾਰੀਆਂ ਗੱਲਾਂ ਤਕਰੀਬਨ ਸੰਯੁਕਤ ਮੋਰਚਾ ਦੇ ਜਿੰਨੇ ਨੇਤਾ ਨੇ ਉਹਨਾਂ ਸਾਰਿਆਂ ਨੂੰ ਪਤਾ ਉਹਨਾਂ ਨੇ ਆਪਣੇ ਆਪਣੇ ਬਿਆਨਾਂ ਦੇ ਵਿੱਚ ਇਹ ਐਲਾਨਿਆ ਵੀ ਹੈ ਕਿ ਭਾਈ ਜਿਹੜੀਆਂ ਪਹਿਲਾਂ 11 ਟੁਕ ਦੀਆਂ ਮੀਟਿੰਗਾਂ ਹੋਈਆਂ ਸੀ ਉਹਦੇ ਵਿੱਚ ਸਿਰਫ ਇੱਕ ਜਿਹੜੇ 3 ਕਾਲੇ ਕਾਨੂੰਨ ਦੇ ਬਿੱਲ ਸੀਗੇ ਕਾਲੇ ਕਾਨੂੰਨ ਉਹ ਛੱਡ ਕੇ ਬਾਕੀ ਤਾਂ ਸਾਰੀਆਂ ਚੀਜ਼ਾਂ ਪਹਿਲਾਂ ਹੀ ਉਹ ਐਗਰੀ ਸੀਗੇ ਕੁਝ ਉਹਦੇ ਚ ਖਾਸ ਇੰਨਾ ਫਰਕ ਹੈ ਵੀ ਨਹੀਂ ਸੀ। 2 ਸਵਾਲ ਮੂਰੇ ਆ ਰਹੇ ਇਸ ਵੇਲੇ। ਪਹਿਲੇ ਸਵਾਲ ਤਾਂ ਇਹ ਆ ਕਿ ਜਿਹੜਾ ਭਾਜਪਾ ਦੇ ਲੀਡਰ ਆ ਉਹ ਇਸ ਵੇਲੇ ਇਹ ਕਹਿੰਦੇ ਪਏ ਆ ਕਿ ਇਹਨਾਂ ਦੀ ਜਿਹੜੀ ਮੇਨ ਮੰਗ ਸੀਗੀ ਜਿਸ ਕਰਕੇ ਚੱਲਦਾ ਪਿਆ ਸੀ ਧਰਨਾ ਐਜੀਟੇਸ਼ਨ ਅੰਦੋਲਨ ਉਹ ਮੰਨ ਲਈ ਗਈ ਹੈ ਸਿਰਫ ਤੇ ਹੁਣ ਸਿਆਸਤ ਹੋ ਰਹੀ ਹੈ। ਦੂਸਰਾ ਸਵਾਲ ਇਹ ਹੈ ਕਿ ਦੂਸਰੇ ਪਾਸੇ ਕਿਸਾਨ ਇਹ ਕਹਿੰਦੇ ਪਏ ਆ ਕਿ ਐਮਐਸਪੀ ਦੇ ਜਿਹੜੇ ਸ਼ਹੀਦ ਹੋਏ ਕਿਸਾਨ ਵਾ ਉਹਨਾਂ ਦਾ ਮੁਆਵਜ਼ਾ ਮਿਲਣਾ ਚਾਹੀਦਾ। ਦੇਖੋ ਬਹੁਤ ਹੀ ਜਿਹੜੀ ਗੱਲ ਤੁਸੀਂ ਕਹੀ ਹੈ ਇਹ ਗੱਲ ਵਿੱਚ ਕੋਈ ਸ਼ੱਕ ਨਹੀਂ। ਦੇਖੋ ਜਿਹੜੇ ਅਪਰੋਕਸੀਮੇਟਲੀ 700 ਬੰਦਾ ਸ਼ਹੀਦ ਹੋਇਆ 697 ਦੇ ਕਰੀਬ ਠੀਕ ਹੈ ਉਹ 700 ਬੰਦਾ ਜਿਹੜਾ ਸ਼ਹੀਦ ਹੋਇਆ ਉਹ ਬਹੁਤ ਵੱਡਾ ਪੰਜਾਬ ਨੂੰ ਨੁਕਸਾਨ ਹੈ ਈਵਨ ਪੂਰੇ ਦੇਸ਼ ਨੂੰ ਨੁਕਸਾਨ ਹੋਇਆ ਉਸ ਚੀਜ਼ ਦਾ। ਔਰ ਜੇ ਉਹਦੇ ਵਿੱਚ ਅਗਰ ਜਿੱਥੇ ਏਡਾ ਵੱਡਾ ਸੈਂਟਰ ਸਰਕਾਰ ਨੇ ਨਰਿੰਦਰ ਮੋਦੀ ਜੀ ਨੇ ਪੀਐਮ ਸਾਹਿਬ ਨੇ ਦਿਲ ਦਿਖਾਇਆ ਔਰ ਆਪਣੇ ਆਪ ਨੂੰ ਉੱਤੇ ਲੈ ਕੇ ਆਂਦਾ ਉੱਥੇ ਅਗਰ ਕੋਈ ਉਹਨਾਂ ਦੇ ਕੋਈ ਵੱਡੀ ਗੱਲ ਨਹੀਂ ਹੈ ਪੈਸਾ ਕੋਈ ਏਡੀ ਲੰਬੀ ਚੌੜੀ ਗੱਲ ਨਹੀਂ ਹੈ ਬੜੇ ਇਹ ਬੰਦੇ ਨਹੀਂ ਵਾਪਸ ਆ ਸਕਦੇ ਅਗਰ ਉਹਨਾਂ ਦੇ ਘਰਾਂ 'ਚ ਕੁਝ ਅਗਰ ਸਹੂਲਤ ਜਾਂ ਉਹਨਾਂ ਨੂੰ ਕੋਈ ਸਰਕਾਰੀ ਨੌਕਰੀ ਜਾਂ ਉਹਨਾਂ ਨੂੰ ਮੁਆਵਜ਼ਾ ਦੇ ਦੇਣਗੇ ਮੈਨੂੰ ਨਹੀਂ ਲੱਗਦਾ ਕੋਈ ਇਹ ਕੋਈ ਮਾੜਾ ਕੰਮ ਹੈ ਕੋਈ ਚੰਗਾ ਕੰਮ ਹੀ ਹੈ। ਇਹ ਵੀ ਦੁਆਵਾਂ ਮਿਲਣਗੀਆਂ ਉਹਨਾਂ ਦੇ ਘਰ ਦੇ ਪਰਿਵਾਰ ਦੀਆਂ। ਦੂਸਰੀ ਗੱਲ ਹੈਗੀ ਹੈ ਕਿ ਜਿਹੜੀ ਐਮਐਸਪੀ ਦੀ ਗੱਲ ਹੈ ਐਮਐਸਪੀ ਦੀ ਗੱਲ ਤਾਂ ਮੇਰਾ ਖਿਆਲ ਹੈ ਕਿ ਉਹ ਲੰਬੀ ਚੌੜੀ ਹੈ ਨਹੀਂ ਉਹ ਪਹਿਲਾਂ ਵੀ ਐਗਰੀ ਸੀਗੇ ਵੀ ਉਹ ਸੰਸ਼ੋਧਨ ਕਰਨ 'ਚ ਵੀ ਤਿਆਰ ਸੀਗੇ। ਆਈ ਥਿੰਕ ਮੇਰੇ ਖਿਆਲ ਨਾਲ ਕੱਲ ਬਹੁਤ ਵਧੀਆ ਫੈਸਲਾ ਹੋਣ ਵਾਲਾ ਹੈ ਔਰ ਕਿਸਾਨ ਜਿਹੜੇ ਸਾਡੇ ਭਰਾ ਨੇ ਜਿਨ੍ਹਾਂ ਦੇ ਨਾਲ ਦੇਸ਼ ਦਾ ਇੱਕ ਬੰਦਾ ਵਪਾਰੀ ਵਰਗ ਕਿਸਾਨੀ ਵਰਗ ਦੇ ਨਾਲ ਜਿਹੜੇ ਲੇਬਰ ਦਾ ਵਰਗਾ ਆੜਤੀਏ ਔਰ ਸਾਡੇ ਵਰਗੇ ਵੀ ਜਿਹੜੇ ਜਰਨਲਿਸਟ ਬੰਦੇ ਵੀ ਹੈ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਆ ਅਸੀਂ ਵੀ ਬੜੇ ਉਹਨਾਂ ਨੂੰ ਇਸ ਕਵਾਂਗੇ ਕਿ ਤੁਸੀਂ ਵੀ ਹੁਣ ਵੱਡਾ ਦਿਲ ਦਿਖਾਓ ਕਿ ਉਹਦੇ ਨਾਲ ਕੀ ਹੈ ਕਿ ਦੇਸ਼ ਦਾ ਜਿਹੜਾ ਭਵਿੱਖ ਹੈਗਾ ਉਹ ਤੁਹਾਡੇ ਨਾਲ ਹੈ। ਉਹ ਜਿਹੜੇ ਸਾਰੇ ਬੰਦੇ ਤੁਹਾਡੇ ਨਾਲ ਅੱਜ ਤੱਕ ਚੱਲੇ ਆ ਵੀ ਤੁਸੀਂ ਇਹਦੇ ਵਿੱਚ ਜਿਵੇਂ ਕਿ ਕਲੇਰ ਸਾਹਿਬ ਨੇ ਹੁਣੇ ਗੱਲ ਕੀਤੀ ਆ ਕਿ ਭਾਈ ਜਿਹੜੇ ਕੁਝ ਬੰਦੇ ਇਹੋ ਜਿਹੇ ਹੈਗੇ ਆ ਵੀ ਉਹ ਸਿਆਸਤ ਖੇਲ ਰਹੇ ਆ ਔਰ ਉਹਨਾਂ ਦੀ ਸਿਆਸਤ ਕਾਮਯਾਬ ਨਾ ਹੋਣ ਦਿਓ। ਜਿਹੜੀ ਮੇਨ ਗੱਲ ਹੈਗੀ ਹੈ ਜਿਸ ਤਰ੍ਹਾਂ ਤੁਹਾਨੂੰ ਉਹਨਾਂ ਨੇ ਇਸ ਗੱਲ ਦੇ ਵਿੱਚ ਤੁਸੀਂ ਜਿਹੜੀ ਆਪਣੀ ਅੱਜ ਦੀ ਡੇਟ ਦੇ ਵਿੱਚ 1 ਸਾਲ ਦੀ ਜਿਹੜੀ ਤੁਹਾਡੀ ਮਿਹਨਤ ਲੱਗੀ ਹੈ ਉਸ ਮਿਹਨਤ ਦਾ ਜਿਹੜਾ ਤੁਹਾਨੂੰ ਫਲ ਮਿਲਿਆ ਔਰ ਇਹ ਤੁਸੀਂ ਸਰਕਾਰ ਨੂੰ ਦਿਖਾ ਦਿੱਤਾ ਕਿ ਭਾਈ ਅਸੀਂ ਝੁਕਣ ਵਾਲੇ ਨਹੀਂ ਹੈ ਔਰ ਜੇ ਅੱਜ ਤੋਂ ਬਾਅਦ ਵੀ ਸਾਡੇ ਨਾਲ ਕੋਈ ਇਹੋ ਜਿਹੀ ਗੱਲ ਹੋਊਗੀ ਵਾਪਰੂਗੀ ਤਾਂ ਅਸੀਂ ਅੱਜ ਸੰਯੁਕਤ ਮੋਰਚਾ ਜਿਹੜੇ ਪੂਰੇ ਹਿੰਦੁਸਤਾਨ ਦਾ ਇਕੱਠਾ ਹੈਗਾ ਉਹ ਅਸੀਂ ਸਾਰੇ ਨਾਲ ਹੀ ਆ ਤੇ ਬਹੁਤ ਵੱਡੀ ਗੱਲ ਹੈ। ਵਿਧਾਨ ਸਭਾ ਚੋਣਾਂ ਆ ਗਈਆਂ ਨੇ ਸਾਬਕਾ ਮੁੱਖ ਮੰਤਰੀ ਬਣ ਗਏ ਕੈਪਟਨ ਅਮਰਿੰਦਰ ਸਿੰਘ ਬੜੇ ਵੱਡੇ ਰੌਲੇ ਪੈਂਦੇ ਪਏ ਆ ਕਿ ਭਾਜਪਾ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਪਾਰਟੀ ਨੂੰ ਅਲਾਈਅੰਸ ਕਰਨਗੇ ਫਿਰ ਭਾਜਪਾ ਵਾ ਸੀਐਮ ਚਿਹਰਾ ਕੈਪਟਨ ਨੂੰ ਅਨਾਉਂਸ ਕਰੇਗੀ। ਅੱਜ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ ਜਿੱਥੇ ਉਹ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਇੱਕ ਦਫ਼ਤਰ ਦਾ ਦਿਖਾਇਆ ਵਾ। ਪਰ ਕੀ ਮੰਨਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਮੀਕਰਨ ਵੱਡੇ ਪੱਧਰ ਤੇ ਚੇਂਜ ਹੋ ਸਕਦੇ ਨੇ? ਹਾਂ ਬਹੁਤ ਵੱਡੇ ਪੱਧਰ ਤੇ ਚੇਂਜ ਹੋਣ ਦੀ ਉਮੀਦ ਹੈ। ਦੇਖੋ ਗੱਲ ਇਹ ਹੈ ਕਲੇਰ ਸਾਹਿਬ ਇਹਦੇ ਵਿੱਚ ਕੀ ਹੈ ਇਹ ਅੱਜ ਨਹੀਂ ਇਹ ਸ਼ੁਰੂ ਤੋਂ ਹੁੰਦਾ ਆਇਆ ਠੀਕ ਹੈ। ਜਦੋਂ ਇਲੈਕਸ਼ਨਾਂ ਐਲਾਨੀਆਂ ਜਾਂਦੀਆਂ ਪੰਜਾਬ ਦੀਆਂ ਟਿਕਟਾਂ ਸੰਵਿਧਾਨ ਸਭਾ ਦੀਆਂ 117 118 ਤਾਂ ਹੋ ਨਹੀਂ ਸਕਦੀਆਂ ਤੇ ਹਰ ਪਾਰਟੀ ਨੇ 117 ਤੋਂ ਵੱਧ ਉਮੀਦਵਾਰ ਨਹੀਂ ਲਾਣੇ ਠੀਕ ਹੈ ਤੇ ਹਰ ਬੰਦੇ ਨੂੰ ਟਿਕਟ ਨਹੀਂ ਮਿਲਣੀ ਕਿ ਜਿਹੜੇ ਕੁਝ ਪ੍ਰਮੁੱਖ ਜਾਂ ਕੋਈ ਇਹੋ ਜਿਹੇ ਸੇਵਾਦਾਰ ਬੰਦੇ ਹੁੰਦੇ ਆ ਜਿਹੜਾ ਨਾ ਕੋਈ ਮੰਨ ਲਓ ਪਿਛਲੇ ਟਾਈਮ ਦੇ ਦੌਰਾਨ ਪਰਫਾਰਮੈਂਸ ਵਧੀਆ ਨਹੀਂ ਹੁੰਦੀ ਪਾਰਟੀਆਂ ਚੇਂਜ ਕਰਦੀਆਂ ਰਹਿੰਦੀਆਂ ਲੇਕਿਨ ਉਹ ਇਹ ਸੋਚਦੇ ਆ ਵੀ ਗੱਦੀ ਨੂੰ ਗੂੰਦ ਲਾ ਕੇ ਬੈਠੋ ਸਾਨੂੰ ਗੱਦੀ ਤੋਂ ਉਠਾਇਆ ਨਾ ਜਾਵੇ ਤੇ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਤਾਂ ਜੇ ਪੱਕੇ ਚਿਪਕੇ ਹੋਏ ਆ ਵੀ ਸਾਨੂੰ ਤਾਂ ਇਹ ਐਮਐਲਏ ਦੀ ਟਿਕਟ ਮਿਲਣੀ ਚਾਹੀਦੀ ਆ ਠੀਕ ਹੈ। ਉਹਦੇ ਨਾਲ ਕੀ ਹੁੰਦਾ ਉਹ ਦੂਜੀਆਂ ਪਾਰਟੀਆਂ ਵੱਲ ਰੁਖ ਅਪਣਾ ਲੈਂਦੇ ਨੇ। ਇਸੇ ਚੀਜ਼ ਦਾ ਇੰਤਜ਼ਾਰ ਜਿਹੜੇ ਹੈਗੇ ਮੇਰੇ ਖਿਆਲ ਨਾਲ ਕੈਪਟਨ ਅਮਰਿੰਦਰ ਸਿੰਘ ਜੀ ਕਰ ਰਹੇ। ਕੈਪਟਨ ਅਮਰਿੰਦਰ ਸਿੰਘ ਦਾ ਬਹੁਤ ਵੱਡਾ ਰੁਤਬਾ ਬਹੁਤ ਵੱਡਾ ਨਾਮ ਇੱਕ ਸਾਬਕਾ ਮੁੱਖ ਮੰਤਰੀ ਔਰ ਪੰਜਾਬ ਦੇ ਬੜੇ ਉਜਾਗਰ ਨੇਤਾ ਨੇ ਔਰ ਉਹਨਾਂ ਦੇ ਨਾਲ ਅੱਜ ਜਦੋਂ ਕਿ ਇਹ ਐਲਾਨੇ ਜਾਣੇ ਆ ਮੈਂ ਸਮਝਦਾ 25 ਤੋਂ 30% ਕਾਂਗਰਸ ਦੇ ਜਿਹੜੇ ਵਰਕਰ ਔਰ ਜਿਹੜੇ ਅੱਗੇ ਇਹਨਾਂ ਦੇ ਐਮਐਲਏ ਜਾਂ ਕੋਈ ਐਕਸ ਐਮਐਲਏ ਜਾਂ ਜਿਨ੍ਹਾਂ ਨੂੰ ਟਿਕਟਾਂ ਪਹਿਲਾਂ ਨਹੀਂ ਮਿਲੀਆਂ ਸੀ ਮੇਰਾ ਖਿਆਲ ਹੈ ਕਿ ਉਹ ਉਸ ਟਾਈਮ ਇਹ ਜ਼ਰੂਰ ਧਮਾਕਾ ਹੋਣ ਵਾਲਾ ਹੈ। ਔਰ ਨਾਲ ਦੀ ਨਾਲ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਜੋ ਅੱਜ ਦੀ ਡੇਟ ਵਿੱਚ ਸਮੀਕਰਨ ਨਜ਼ਰ ਆ ਰਹੇ ਆ
ਔਰ ਦਿਨ ਬ ਦਿਨ ਜਿਹੜੀ ਬੀਜੇਪੀ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਨੇੜਤਾ ਦਿਖਾਈ ਦੇ ਰਹੀ ਹੈ। ਈਵਨ ਇੱਥੇ ਤੱਕ ਕਿ ਜਦੋਂ ਇਹ ਇਹਨਾਂ ਨੂੰ ਸਾਬਕਾ ਬਣ ਗਏ ਸੀ ਮੁੱਖ ਮੰਤਰੀ, ਇਹਨਾਂ ਦਾ ਪਲੜਾ ਜਿਹੜਾ ਹੈਗਾ ਹੋ ਗਿਆ ਸੀਗਾ, ਤੇ ਉਹਦੇ ਨਾਲ ਇਹਨਾਂ ਨੇ ਪਹਿਲੇ 2-3 ਦਿਨਾਂ ਦੇ ਵਿੱਚ ਹੀ ਦਿਖਾਤਾ ਸੀਗਾ ਹੋਮ ਮਿਨਿਸਟਰ ਨਾਲ ਮਿਲਣਾ, ਮੋਦੀ ਸਾਹਿਬ ਨਾਲ ਗੱਲਬਾਤ ਕਰਨੀ, ਤੇ ਨਾਲ ਦੀ ਨਾਲ ਆਪਣਾ ਵੀ ਇਹਨਾਂ ਨੇ ਇੱਕ ਬਿਆਨ, ਹੁਣ ਬੀਤੇ ਦਿਨੀ ਹਜੇ 2 ਦਿਨ ਪਹਿਲਾਂ ਜਦੋਂ ਬਿੱਲ ਇਹ ਕਾਨੂੰਨ ਰੱਦ ਹੋਏ ਆ, ਇਹ ਮੁੱਖ ਮੰਤਰੀ ਹਰਿਆਣਾ ਦੇ ਖੱਟਰ ਸਾਹਿਬ ਨੂੰ ਮਿਲ ਕੇ ਆਏ ਆ, ਉਹਨਾਂ ਦੇ ਨਾਲ ਵੀ ਬੈਠ ਕੇ ਇਹਨਾਂ ਨੇ ਮੀਟਿੰਗ ਕੀਤੀ ਆ। ਤੇ ਸੋ ਦੈਟ ਕਹਿਣ ਦਾ ਮਤਲਬ ਇਹ ਆ ਕਿ ਇਹ ਜਿਹੜੀ ਚੀਜ਼ ਹੈਗੀ ਇਹ ਤਾਂ ਹੁਣ ਆਂਦੇ ਦਿਨੇ ਸਭ ਕੁਝ ਸਾਹਮਣੇ ਆ ਜਾਣਾ। ਪਰ ਕੀ ਤੁਸੀਂ ਮੰਨਦੇ ਹੋ ਕਿ ਜਿਹੜੀ ਪੰਜਾਬ ਦੀ ਆਮ ਜਨਤਾ ਵਾ, ਜੋ ਪੰਜਾਬ ਦਾ ਯੂਥ ਹੈ ਜਾਂ 올ਡ ਹੈਗੇ ਲੋਕ ਵਾ, ਉਹ ਐਕਸੈਪਟ ਕਰਨਗੇ? ਦੇਖੋ ਗੱਲ ਇਹ ਹੈ, ਪਬਲਿਕ, ਜਿਵੇਂ ਆਪਾਂ ਬਾਰ-ਬਾਰ ਆਪਣੇ ਪ੍ਰੋਗਰਾਮਾਂ ਦੇ ਚਰਚਾ ਦੇ ਪ੍ਰੋਗਰਾਮ 'ਚ ਅੱਗੇ ਕਈ ਵਾਰੀ ਉਜਾਗਰ ਕੀਤਾ, ਕਈ ਵਾਰੀ ਦੱਸਿਆ ਕਿ ਇਹ ਪਬਲਿਕ ਹੈ, ਸਭ ਜਾਣਤੀ ਹੈ। ਉਹਦਾ ਕਾਰਨ ਇਹ ਹੈ ਕਿ ਦੇਖੋ 4.5 ਸਾਲ ਦਾ ਮੌਕਾ ਮਿਲਿਆ ਜੀ, 10 ਸਾਲ ਦਾ ਪਿਛਲਾ ਅਕਾਲੀ ਦਲ ਨੂੰ ਵੀ ਮੌਕਾ ਮਿਲਿਆ ਜੀ। ਮੈਂ ਨਹੀਂ ਕਹਿੰਦਾ ਕੰਮ ਨਹੀਂ ਹੋਏ, ਇਨਫਰਾਸਟ੍ਰਕਚਰ 'ਚ ਬਹੁਤ ਜ਼ਿਆਦਾ ਵਾਧਾ ਹੋਇਆ, ਔਰ ਇਹ ਵਾਧਾ ਕੋਈ ਇੰਨਾ ਵੀ ਨਹੀਂ ਹੋਇਆ, ਠੀਕ ਹੈ, ਇਹ ਨੋਮੀਨਲ ਹੈ। ਜੇ ਆਪਾਂ ਕਲੇਰ ਸਾਹਿਬ ਇੱਕ ਗ੍ਰਾਫ ਦੇਖਿਆ ਜਾਵੇ, ਆਪਾਂ ਇਨਫਲੇਸ਼ਨ ਦੇਖਦੇ ਆ, ਇਨਫਲੇਸ਼ਨ ਦੇ ਦੌਰਾਨ ਜੋ ਸਰਕਾਰਾਂ ਇੱਕ ਆਪਾਂ ਜਦੋਂ ਇੱਕ ਕਮਿਸ਼ਨ, ਚੋਣ ਕਮਿਸ਼ਨ ਦੇ ਨਾਲ ਨਾਲ ਆਪਣਾ ਜਿਹੜਾ ਪੇ ਕਮਿਸ਼ਨ ਹੈ ਉਹ ਵੀ ਨਾਲ ਦੀ ਨਾਲ ਲਾਗੂ ਕਰਦੀਆਂ ਵੀ ਆਹ ਭਾਈ ਇਨਫਲੇਸ਼ਨ ਹੋ ਗਿਆ, ਮਹਿੰਗਾਈ ਵੱਧ ਗਈ, ਮਹਿੰਗਾਈ ਭੱਤਾ ਲਾਤਾ, ਤੇ ਸਰਕਾਰੀ EMPLOYEES ਨੂੰ ਜਿਹੜਾ ਹੈਗੀ ਇੰਨੀ ਸੈਲਰੀ ਉਹਦੀ ਵੱਧ ਗਈ, ਤੇ ਅਗਰ ਇੰਨੀ ਉਹ ਵੱਧ ਗਈ, ਤਨਖਾਹ ਵੱਧ ਗਈ, ਇਨਫਰਾਸਟ੍ਰਕਚਰ ਵੀ ਵੱਧਦਾ ਹੀ ਹੈ। ਇਹ ਕੋਈ ਵੱਡੀ ਗੱਲ ਨਹੀਂ, ਜੇ ਇਨਫਰਾਸਟ੍ਰਕਚਰ ਵਧਿਆ ਹੈਗਾ ਉਹ ਥੋੜਾ ਬਹੁਤਾ ਨਾਰਮਲ ਹੈ, ਉਹ ਟਾਈਮ ਦੇ ਦੌਰਾਨ 15 ਸਾਲ ਦਾ ਵਕਤ ਬਹੁਤ ਹੁੰਦਾ ਹੈ, ਬਹੁਤ ਹੁੰਦਾ। 15 ਸਾਲ ਦੇ ਵਿੱਚ ਟਰਾਂਸਪੋਰਟੇਸ਼ਨ, ਗੱਡੀਆਂ, ਜਿਹੜੇ ਘਰ ਕੋਲ ਇੱਕ ਗੱਡੀ ਸੀ ਅੱਜ 5-5 ਗੱਡੀਆਂ ਹੋ ਗਈਆਂ, 4-4 ਗੱਡੀਆਂ ਹੋ ਗਈਆਂ। ਉਹ ਸੜਕਾਂ ਜਿਹੜੀਆਂ ਹੈਗੀਆਂ, ਅਗਰ ਆਪਾਂ ਇਨਫਰਾਸਟ੍ਰਕਚਰ ਵਧੀਆ ਨਹੀਂ ਦੇਵਾਂਗੇ, ਲੋਕ ਕਿੱਦਾਂ ਆ ਜਾਣਗੇ ਸੜਕਾਂ ਤੇ। ਦੂਸਰਾ ਪੁਆਇੰਟ ਇਹ ਕਹਿਣ ਦਾ ਹੈਗਾ ਕਿ ਜਿੱਦਾਂ ਆਪਾਂ ਗੱਲ ਕਰਦੇ ਆ ਸਰਕਾਰਾਂ ਦੀ, ਵੀ 4.5 ਸਾਲ ਦਾ ਵਕਤ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਿਆ ਸੀਗਾ, ਬਹੁਤ ਵਧੀਆ ਵਕਤ ਸੀ ਉਹ, ਕਿ ਲੋਕਾਂ ਨੂੰ ਇਹਨਾਂ ਨੂੰ ਮੌਕਾ ਦੁਬਾਰਾ ਮਿਲਿਆ ਸੀ। 2002 ਤੋਂ 2007 ਤੋਂ ਲੈ ਕੇ 10 ਸਾਲ ਅਕਾਲੀ ਦਲ ਦੀ ਸਰਕਾਰ ਚੱਲਣ ਤੋਂ ਬਾਅਦ 5 ਸਾਲ ਦਾ ਮੌਕਾ, ਜਦੋਂ ਕਿ 2017 ਦੇ ਵਿੱਚ ਕਾਫੀ ਹੱਦ ਤੱਕ ਇਹ ਆ ਰਿਹਾ ਸੀਗਾ ਕਿ ਸ਼ਾਇਦ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਾਏਗੀ, ਲਾਸਟ ਮੂਮੈਂਟ ਤੱਕ ਵੀ ਇਹਨਾਂ ਨੂੰ ਮੌਕਾ ਮਿਲਿਆ ਕਿ ਲੋ ਜੀ ਇਹ ਸ਼ਾਇਦ ਇਹ ਕੰਮ ਪਾਸਾ ਪਲਟ ਜਾਊਗਾ, ਲੇਕਿਨ ਲੋਕਾਂ ਨੇ ਇਹਨਾਂ ਨੂੰ ਸਨਮਾਨ ਦਿੱਤਾ। ਉਹ ਸਨਮਾਨ ਇਹਨਾਂ ਨੇ 4.5 ਸਾਲ ਚ ਕੈਪਟਨ ਅਮਰਿੰਦਰ ਸਿੰਘ ਜੀ ਨੇ, ਜਿਵੇਂ ਲੋਕਾਂ ਨੂੰ, ਵੋਟਰਾਂ ਨੂੰ, ਸਾਰਿਆਂ ਨੂੰ ਪਤਾ ਕਿ ਆਪਣੇ ਕੋਠੀ ਚੋਂ, ਫਾਰਮ ਹਾਊਸ ਚੋਂ ਨਿਕਲੇ ਹੀ ਨਹੀਂ, ਔਰ ਇਹਨਾਂ ਦੇ ਆਪਣੇ ਬੰਦੇ, ਈਵਨ ਨਵਜੋਤ ਸਿੰਘ ਸਿੱਧੂ ਜੀ, ਚੰਨੀ ਸਾਹਿਬ ਵੀ ਸਾਰੇ, ਤਾਂ ਹੀ ਅੱਜ ਚੰਨੀ ਸਾਹਿਬ ਦੇਖੋ, ਜਿਵੇਂ ਬਾਰ-ਬਾਰ ਇਹ ਅੱਜ ਕਿਹਾ ਜਾ ਸਕਦਾ ਹੈ, ਨੋ ਡਾਊਟ ਜੇ ਅੱਜ ਚਰਨਜੀਤ ਚੰਨੀ ਨੂੰ CM ਬਣਾਇਆ ਗਿਆ, ਉਹ ਕੰਮ ਵੀ ਕਰ ਰਹੇ ਆ। ਉਹਨਾਂ ਨੇ ਜਿੰਨੇ ਅੱਜ ਤੱਕ ਐਲਾਨ ਕੀਤੇ ਆ, ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਇੱਕ ਵਰਕਰਾਂ ਨੂੰ, ਇੱਕ ਲੇਡੀਜ਼ ਵਾਸਤੇ, ਜੈਂਟਸ ਵਾਸਤੇ, ਪਾਣੀ, ਬਿਜਲੀ, ਜਿਹੜੇ ਮੇਨ ਮੁੱਖ ਮੁੱਦੇ ਆ, ਉਹਨਾਂ ਮੁੱਦਿਆਂ ਨੂੰ ਮੁੱਖ ਰੱਖ ਕੇ ਉਹਨਾਂ ਨੇ ਬਹੁਤ ਵਧੀਆ ਡਿਸੀਜਨ ਲਏ ਆ, ਔਰ ਡਿਸੀਜਨ ਇੰਪਲੀਮੈਂਟ ਵੀ ਕੀਤੇ ਆ। ਔਰ ਆਉਣ ਵਾਲਾ ਟਾਈਮ ਦੱਸੂਗਾ ਕਿ ਦੇਖੋ, ਹੁਣ ਮੇਨ ਗੱਲ ਇਹ ਹੈ ਕਿ 2 ਚੀਜ਼ਾਂ ਨੇ, ਅਗਰ ਸਰਕਾਰ ਕਾਂਗਰਸ ਦੀ ਰਹਿੰਦੀ ਹੈ ਜਾਂ ਇਹਨਾਂ ਦਾ ਆਪਣਾ ਜਿਹੜਾ ਜਿਹੜੇ ਕਾਟੋ ਕਲੇਸ਼ ਖਤਮ ਹੁੰਦਾ, ਕਿਉਂਕਿ ਇੱਕ ਕਾਟੋ ਕਲੇਸ਼ ਖਤਮ ਹੁੰਦਾ, ਦੂਜਾ ਚੱਲ ਪੈਂਦਾ। ਕਦੀ ਸੁਨੀਲ ਜਾਖੜ ਜੀ ਤੰਜ ਕੱਸ ਦਿੰਦੇ ਆ, ਕਦੀ ਆ ਕੇ ਨਵਜੋਤ ਸਿੰਘ ਸਿੱਧੂ ਆਪਣੇ CM ਸਾਹਿਬ ਨੂੰ ਪਕੜ ਲੈਂਦੇ ਆ, ਕਦੀ ਉਹ ਆਪਣਾ ਕੋਈ ਹੋਰ ਵਰਕਰ ਉੱਠ ਜਾਂਦਾ, ਬਿੱਟੂ ਸਾਹਿਬ ਉੱਠ ਪੈਂਦੇ ਆ। ਕਹਿੰਦਾ ਭਾਵ ਇਹ ਆ ਵੀ ਦੇਖੋ, ਕਾਂਗਰਸ ਨੂੰ ਮੌਕਾ ਦੁਬਾਰਾ, ਇਹ ਹੁਣ ਇਹਨਾਂ ਨੇ ਆਪਣੇ ਪੈਰ ਤੇ ਆਪ ਕੁਹਾੜੀ ਮਾਰਨੀ ਹੈ, ਇਹਨਾਂ ਦੀ ਮਰਜ਼ੀ ਹੈ, ਠੀਕ ਹੈ, ਅਸੀਂ ਕੁਝ ਨਹੀਂ ਕਰ ਸਕਦੇ। ਅਸੀਂ ਇੱਕ ਜਰਨਲਿਸਟ ਹੋਣ ਦੇ ਨਾਤੇ ਅਸੀਂ ਟੋਟਲ ਲੋਕਾਂ ਦੀ ਰਾਏ ਸਰਕਾਰ ਤੱਕ ਪਹੁੰਚਾ ਸਕਦੇ ਹਾਂ ਜੀ, ਔਰ ਲੋਕਾਂ ਨੂੰ, ਪਬਲਿਕ ਨੂੰ ਇਹ ਵੀ ਇੱਕ ਸੰਦੇਸ਼ ਦੇ ਸਕਦੇ ਹਾਂ ਕਿ ਭਾਈ ਹੁਣ ਸੋਚ ਸਮਝ ਕੇ ਵੋਟ ਦੇਣ ਦਾ ਟਾਈਮ ਹੈ। ਇਹ ਮੌਕਾ ਤੁਹਾਨੂੰ 5 ਸਾਲ ਬਾਅਦ ਮਿਲਦਾ ਹੈ। ਇਹ 5 ਸਾਲ ਬਾਅਦ ਮੌਕਾ ਜਿਹੜਾ ਹੈਗਾ, ਤੁਸੀਂ ਆਪਣਾ ਹੱਥੋਂ ਆਪਣੇ ਗਵਾਣਾ ਨਹੀਂ, ਔਰ ਇਹਨੂੰ ਸੂਝ-ਬੂਝ ਨਾਲ ਵੋਟ ਪਾਉਣੀ ਹੈ। ਜਿਸ ਤਰ੍ਹਾਂ ਕਿ ਹਰ ਬੰਦਾ ਕਹਿੰਦਾ ਹੈ ਇੱਕ ਮੌਕਾ ਮੁਝੇ ਦੀਜੀਏ, ਜਿੱਦਾਂ ਕੇਜਰੀਵਾਲ ਸਾਹਿਬ ਦਾ ਡਾਇਲੌਗ ਹੈ ਵੀ ਇੱਕ ਵਾਰ ਜੇ ਮੇਰਾ ਕੰਮ ਸਹੀ ਲੱਗੂ ਤਾਂ ਮੈਨੂੰ ਵੋਟ ਪਾ ਦਿਓ, ਮੇਰੇ ਬਾਰੇ ਪੁੱਛ ਲਓ। ਇਹੀ ਗੱਲ ਆਪਾਂ ਚੰਨੀ ਸਾਹਿਬ ਵਾਸਤੇ ਕਹਿ ਸਕਦੇ ਹਾਂ। ਬਟ ਚੰਨੀ ਸਾਹਿਬ ਨੇ ਕੱਲ ਲਿਸਟ ਦਿਖਾਈ, ਆਪਣੀ ਰਿਪੋਰਟ ਕਾਰਡ ਦਿਖਾਇਆ, ਬੜੇ ਵਾਅਦੇ ਸੀ, ਅੱਜ ਦੇ ਅਖਬਾਰ ਭਰੇ ਪਏ ਆ, ਮੇਰੇ ਖਿਆਲ 74 ਵਾਅਦੇ ਉਹਨਾਂ ਨੇ ਸ਼ੋਅ ਕੀਤੇ ਆ, ਕਿੰਨੇ ਕ ਇੰਪਲੀਮੈਂਟੇਸ਼ਨ ਹੋਈ ਆ? ਦੇਖੋ ਗੱਲ ਇਹ ਹੈ, ਜਿਹੜੇ ਮੇਨ ਮੇਜਰ ਵਾਅਦੇ ਸੀਗੇ, ਜਿਹੜੇ ਕਿ ਪਿਛਲੀ ਦਿਨੀ ਇਹਨਾਂ ਦੇ ਉੱਤੇ ਬੜੇ ਇੱਕ
ਟੋਲ ਵੀ ਬਣ ਗਏ ਕਿ ਲੋ ਜੀ ਵਾਅਦੇ ਕਰਨ ਦੀ ਲਿਸਟ ਹੈ, ਇਹ ਵਾਅਦਿਆਂ ਵਾਲਾ ਸੀਐਮ ਹੈ, ਐਲਾਨ ਮੰਤਰੀ ਹੈ ਜੀ ਇਹ। ਲੇਕਿਨ ਇਹ ਕੋਈ ਸ਼ੱਕ ਵਾਲੀ ਗੱਲ ਨਹੀਂ, ਐਲਾਨ ਮੰਤਰੀ ਵਾਲੀ ਗੱਲ ਨਹੀਂ, ਇਹਨਾਂ ਨੇ ਇੰਪਲੀਮੇਸ਼ਨ ਵੀ ਕੀਤੀ ਹੈ, ਨੋਟੀਫਿਕੇਸ਼ਨਾਂ ਵੀ ਆ ਗਈਆਂ। ਜਿਹੜੀਆਂ ਨੋਟੀਫਿਕੇਸ਼ਨਾਂ ਅੱਜ ਤੁਸੀਂ ਕਨਫਰਮ ਕਰੋ, ਬਿਜਲੀ ਦੇ ਜਿਹੜੇ ਬਿੱਲ ਹੈ ਉਹ ਜੋ ਇਹਨਾਂ ਨੇ ਕਿਹਾ ਪੂਰੇ ਹੋਏ ਆ, ਪਾਣੀ ਦੇ ਬਿੱਲ ਹੈ ਉਹ ਪੂਰੇ ਹੋ ਰਹੇ ਆ, ਪਾਣੀ ਦੇ ਪੁਰਾਣੇ ਮਾਫੀਆਂ ਹੋ ਰਹੀਆਂ, ਪੰਜਾਬ 'ਚ ਅਰਬਨ 'ਚ ਵੀ ਹੋ ਰਹੀਆਂ, ਪਿੰਡਾਂ 'ਚ ਵੀ ਹੋ ਰਹੀਆਂ, ਔਰ ਈਵਨ ਇੱਥੇ ਤੱਕ ਕਿ ਜਿਹੜੇ ਬਿਜਲੀ ਦੇ 2 ਕਿਲੋਵਾਟ ਤੋਂ ਥੱਲੇ ਦੇ ਬਿੱਲ ਸਾਰੇ ਖਤਮ ਕਰ ਦਿੱਤੇ। ਠੀਕ ਹੈ। ਪੁਰਾਣੇ ਦਿਨਾਂ ਦੇ ਵਿੱਚ, ਪਿਛਲੇ ਦਿਨਾਂ 'ਚ ਮਹੀਨਾ ਪਹਿਲਾਂ ਇਹਨਾਂ ਨੇ ਜਗ੍ਹਾ ਇਲਾਕਿਆਂ ਦੇ ਵਿੱਚ ਆਪਣੇ ਇਹਨਾਂ ਦੇ ਕੀ ਕਹਿੰਦੇ ਵਾਰਡਾਂ ਦੇ ਵਿੱਚ ਈਵਨ ਸੈਂਟਰ ਬਣਾ ਕੇ ਲੋਕਾਂ ਨੂੰ ਪਬਲਿਕਲੀ ਫਰੰਟ ਤੇ ਆ ਕੇ 1 to 1 ਆ ਕੇ ਉਹਨਾਂ ਨੇ ਲੋਕਾਂ ਨੇ ਕਲੀਅਰ ਕੀਤੇ ਆ ਵੀ ਭਾਈ ਆ ਕੇ ਬੈਨੀਫਿਟ ਆਪਣਾ ਉਠਾਓ। ਐਸੀ ਕੋਈ ਗੱਲ ਨਹੀਂ ਹੈ। ਬਾਕੀ ਦੇਖੋ ਗੱਲ ਇਹ ਕੁਝ ਚੀਜ਼ਾਂ ਇਸ ਤਰ੍ਹਾਂ ਦੀ ਹੁੰਦੀਆਂ ਜਿਹਨੂੰ ਕੋਈ ਸਾਰੀਆਂ ਨੋਟੀਫਿਕੇਸ਼ਨਾਂ ਪੂਰੀਆਂ ਕਰਨ ਨੂੰ ਟਾਈਮ ਲੱਗਦਾ। ਉਹ ਟਾਈਮਾਂ ਦੇਖੋ ਜੇ 5-5 ਸਾਲ ਲੱਗ ਜਾਂਦੇ ਸਰਕਾਰਾਂ ਦੇ, ਇਹ 10-20 ਦਿਨਾਂ ਦੇ ਵਿੱਚ ਉਹ ਵੀ ਹੋ ਜੂ, ਹਜੇ ਟਾਈਮ ਹੈਗਾ ਨਾ ਕੋਲ। ਸੁਨੀਲ ਜਾਖੜ ਬਾਰੇ ਕੀ ਸੋਚਦੇ ਹੋ, ਕਿਉਂਕਿ ਉਹ ਲਗਾਤਾਰ ਆਪਣੀ ਸਰਕਾਰ ਘੇਰੀ ਜਾਂਦੇ ਆ? ਦੇਖੋ ਗੱਲ ਇਹ ਹੈ ਕਲੇਰ ਸਾਹਿਬ, ਮੈਂ ਬਾਰ-ਬਾਰ ਇੱਕੋ ਹੀ ਗੱਲ ਕਹੂੰਗਾ ਜੀ, ਸਰਕਾਰਾਂ ਦੇ ਵਿੱਚ ਰਹਿਣਾ ਤੇ ਬਾਹਰ ਰਹਿਣਾ, ਇੱਕ ਅੰਦਰ ਰਹਿਣਾ ਇੱਕ ਬਾਹਰ ਰਹਿਣਾ। ਅੱਜ ਸੱਤਾਧਾਰੀ ਸਰਕਾਰ ਤੁਹਾਡੀ ਚੱਲ ਰਹੀ ਹੈ ਹਜੇ ਵੀ ਜੀ, ਤੁਸੀਂ ਪੰਜਾਬ ਦੇ ਉੱਗੇ ਜਿਹਨੂੰ ਕੀ ਕਹਿ ਲਓ ਕਿ ਜਿਵੇਂ ਕਿ ਕਾਂਗਰਸ ਦੇ ਪੀਪੀਸੀ ਦੇ ਪ੍ਰਧਾਨ ਰਹੇ ਹੋ, ਤੁਹਾਨੂੰ ਬਹੁਤ ਸੋਚ ਸਮਝ ਕੇ ਬਿਆਨ ਦੇਣਾ ਚਾਹੀਦਾ। ਔਰ ਜਿਹੜਾ ਹਾਈ ਕਮਾਂਡ ਆ ਤੁਹਾਡੇ ਤੇ ਅੱਜ ਵੀ ਵਿਸ਼ਵਾਸ ਰੱਖਦਾ। ਇੱਕ ਟਾਈਮ ਦੇ ਦੌਰਾਨ ਜਦੋਂ ਐਲਾਨ ਹੋ ਰਿਹਾ ਸੀਗਾ, ਤੁਹਾਡਾ ਸੀਐਮ ਦਾ ਵੀ ਉਹਨਾਂ ਨੇ ਨਾਮ ਲਿਸਟ 'ਚ ਪਾਇਆ, ਔਰ ਤੁਸੀਂ ਆਲਰੇਡੀ ਉੱਥੇ ਪ੍ਰਧਾਨਗੀ ਨੂੰ ਆਪਣੇ ਖੁਸ਼ੀ ਨਾਲ ਕਿਹਾ ਕਿ ਕੋਈ ਗੱਲ ਨਹੀਂ, ਮੈਨੂੰ ਕੋਈ ਇਤਰਾਜ਼ ਨਹੀਂ, ਸਿੱਧੂ ਸਾਹਿਬ ਨੂੰ ਤੁਸੀਂ ਇਹ ਪ੍ਰਧਾਨਗੀ ਦੇ ਸਕਦੇ ਹੋ। ਫਿਰ ਹੁਣ ਕੀ ਹੋ ਗਿਆ? ਦੇਖੋ ਉਹੀ ਗੱਲ ਕਹਿ ਸਕਦੇ ਆ ਕਿ ਜਿਵੇਂ ਨਵਜੋਤ ਸਿੰਘ ਸਿੱਧੂ ਸਾਹਿਬ ਨੂੰ ਅੱਜ ਇਹ ਜਾਪਦਾ ਕਿ ਨਹੀਂ ਸੀਐਮ ਮੈਨੂੰ ਹੋਣਾ ਚਾਹੀਦਾ, ਜਾਂ ਆਉਣ ਵਾਲੀ ਸਰਕਾਰ ਦੇ ਸੀਐਮ ਉਹ ਆਪਣੇ ਆਪ ਨੂੰ ਹੁਣ ਤੋਂ ਹੀ ਮੰਨ ਕੇ ਬੈਠੇ ਆ। ਜੋ ਲੱਗ ਰਿਹਾ, ਜੋ ਦਿਖ ਰਿਹਾ, ਜੋ ਸਮੀਕਰਨ ਲੱਗ ਰਿਹਾ, ਜੋ ਲੋਕ ਵੀ ਸਮਝਦੇ ਆ, ਨੋ ਡਾਊਟ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਨया ਪੰਜਾਬ ਹੈ, ਜਿਹੜਾ ਉਹਦਾ ਪੰਜਾਬ ਦਾ ਮਾਡਲ ਹੈ, ਜਿੱਤੇਗਾ ਪੰਜਾਬ ਜਿਹੜਾ ਪੰਜਾਬ ਮਾਡਲ ਹੈ, ਉਹ ਮਾਡਲ ਬਹੁਤ ਵਧੀਆ ਮਾਡਲ ਹੈ, ਔਰ ਇੱਕ ਪੜ੍ਹਿਆ ਲਿਖੇ ਬੰਦੇ ਦਾ ਮਾਡਲ ਹੈ। ਉਹਦਾ ਮੇਨ ਮਕਸਦ ਇੱਕੋ ਹੀ ਹੈ ਕਿ ਜੇ ਪੰਜਾਬ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਸਾਰੀਆਂ ਲਿਆਉਣੀਆਂ, ਉਹਦਾ ਰੈਵਨਿਊ ਕਿੱਥੋਂ ਆਊਗਾ, ਉਹਦਾ ਪੈਸਾ ਕਿੱਥੋਂ ਕ੍ਰੀਏਟ ਹੋਊਗਾ, ਉਹ ਉਸ ਪੈਸੇ ਦੀ ਕੁੰਜੀ ਹੈ ਉਹਨਾਂ ਕੋਲ, ਚਾਬੀ ਹੈ ਵੀ ਉਹ ਪੈਸਾ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਆਊਗਾ। ਕੋਈ ਮਾੜੀ ਗੱਲ ਨਹੀਂ, ਹੋ ਸਕਦਾ ਕਿਸੇ ਨੂੰ ਨਾ ਪਸੰਦ ਹੋਵੇ, ਕੋਈ ਉਹਨੂੰ ਦੂਸਰੇ ਤਰੀਕੇ ਨਾਲ ਦੇਖਦਾ ਹੋਵੇ, ਥੋੜੇ ਉਹ ਸਟੇਟ ਫਾਰਵਰਡ ਹੈ, ਗੱਲ ਮੂੰਹ ਤੇ ਕਹਿੰਦੇ ਆ, ਕਿਸੇ ਨੂੰ ਬੁਰੀ ਵੀ ਲੱਗ ਜਾਂਦੀ ਹੈ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਉਹ ਇੱਕ ਸੋਚਣ ਸਮਝਣ ਦੀ ਗੱਲ ਹੈ। ਇਹ ਹੁਣ ਪੰਜਾਬ ਦੀ ਜਨਤਾ ਜਿਹੜੀ ਹੈ ਨਾ, ਉਹਨਾਂ ਦੇ ਹੱਥ ਵਿੱਚ ਕੁੰਜੀ ਹੈ। ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰ ਲਈ ਆ, ਕਾਂਗਰਸ ਦੀ ਗੱਲ ਕਰ ਲਈ ਆ, ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਬਾਰੇ ਬੀਤੇ ਦਿਨ ਇੱਕ ਨਿੱਜੀ ਚੈਨਲ ਤੇ ਸੁਖਬੀਰ ਬਾਦਲ ਨੇ ਮੰਨਿਆ ਵਾ ਕਿ ਆਉਣ ਵਾਲੇ ਸੀਐਮ ਸ਼੍ਰੋਮਣੀ ਅਕਾਲੀ ਦਲ ਵੱਲੋਂ ਚਿਹਰਾ ਉਹ ਹੋਣਗੇ। ਦੂਸਰੇ ਪਾਸੇ ਹੁਣ ਤੱਕ ਦਾ ਜੋ ਗਰਾਊਂਡ ਲੈਵਲ ਤੇ ਕੰਮ ਚੱਲਦਾ ਪਿਆ ਹੈ, ਕਾਫੀ ਹੱਦ ਤੱਕ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਵਾ ਕਿ ਉਹ ਰੈਲੀਆਂ ਕਰਨ, ਫਿਰ ਵਿਰੋਧਤਾ ਹੋਣ ਲੱਗ ਪਈ, ਫਿਰ ਚੁੱਪ ਚੁਪੀਤੇ ਰੈਲੀ ਕਰਨ ਪਹੁੰਚ ਜਾਂਦੇ ਸੀ। ਵੱਡੇ ਪੱਧਰ ਤੇ ਪਹਿਲ ਦੇ ਆਧਾਰ ਤੇ ਉਮੀਦਵਾਰ ਐਲਾਨ ਕੀਤੇ ਨੇ। ਕਿੱਥੇ ਖੜੀ ਹੈ ਪਾਰਟੀ? ਦੇਖੋ ਗੱਲ ਇਹ ਹੈ, ਬਹੁਤ ਵਧੀਆ ਉਹਨਾਂ ਦਾ ਪ੍ਰੋਗਰਾਮ ਚੱਲ ਰਿਹਾ ਸੀ ਬੀਤੇ ਦਿਨੀ, ਕਿ ਜਦੋਂ ਉਹ ਰਿਪੋਰਟਾਂ ਉਜਾਗਰ ਹੋਣ ਵਾਲੀ ਗੱਲ ਆ ਗਈ ਜੀ, ਤੇ ਜਦੋਂ ਉਹਨਾਂ ਨੂੰ ਇਹ ਗੱਲ ਡਰ ਲੱਗਣ ਲੱਗ ਗਿਆ, ਸਤਾਉਣ ਲੱਗ ਗਿਆ ਕਿ ਮੈਨੂੰ ਲੱਗਦਾ ਕਿ ਹੁਣ ਮੈਨੂੰ ਤੇ ਕੀ ਕਹਿੰਦਾ ਇਹਨਾਂ ਦੇ ਟਿਕਟ ਨਹੀਂ ਇਹਨਾਂ ਦੇ ਜਿਹੜੇ ਜਵਾਈ ਸਾਹਿਬ ਮਜੀਠੀਆ ਸਾਹਿਬ ਵੀ ਚੱਕ ਕੇ ਕਿਤੇ ਜੇਲ੍ਹ 'ਚ ਨਾ ਸੱਟ ਦੇਣ, ਤੇ ਉਹਦਾ ਡਰ ਮੈਨੂੰ ਲੱਗਦਾ ਇਹਨਾਂ ਦੇ ਚਿਹਰੇ ਤੇ ਨਜ਼ਰ ਆ ਰਿਹਾ ਸੀ। ਥੋੜੇ ਦਿਨੇ ਪਹਿਲਾਂ ਜਦੋਂ ਟੀਵੀ ਤੇ ਇਹ ਬੋਲ ਰਹੇ ਸੀ ਕਿ ਇਸ ਤਰ੍ਹਾਂ ਵੀ ਕਦੀ ਹੁੰਦਾ, ਇਹ ਵੀ ਕਦੀ ਹੋ ਸਕਦਾ, ਇਸ ਤਰ੍ਹਾਂ ਵੀ ਹੁੰਦਾ। ਦੇਖੋ ਗੱਲ ਹੁੰਦਾ, ਜੇ ਤੁਸੀਂ ਤੁਹਾਡੇ ਲਈ ਤਾਂ ਤੂੰ ਸਭ ਕੁਝ ਤੇ ਦੂਜੇ ਲਈ ਕੁਝ ਨਹੀਂ, ਵੀ ਤੁਹਾਨੂੰ ਇੰਨੇ ਮੌਕੇ ਦਿੱਤੇ, ਸਭ ਕੁਝ ਦਿੱਤਾ, ਜੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏ ਤਾਂ ਹਰਜ ਕੀ ਹੈ? ਵੀ ਜੇ ਤੁਸੀਂ ਸੱਚੇ ਹੋ, ਡਰ ਕਾਹਦਾ ਤੁਹਾਨੂੰ? ਜੇ ਤੁਸੀਂ ਕੁਝ ਕੀਤਾ ਨਹੀਂ, ਡਰ ਕਾਹਦਾ? ਜੇ ਦੂਸਰੀ ਗੱਲ ਇਹ ਹੈ ਕਿ ਦੇਖੋ ਜਿਹੜੀ ਆਪਾਂ ਗੱਲ ਕਰਦੇ ਆ, ਬੀਤੇ ਦਿਨੀ ਜਿਹੜੀ ਇਹਨਾਂ ਨੇ ਐਸਜੀਪੀਸੀ ਦਾ ਪ੍ਰਧਾਨ ਜਿਹੜਾ ਹੈਗਾ, ਉਹ ਨਵੇਂ ਪ੍ਰਧਾਨ ਸਾਹਿਬ ਆਏ ਆ, ਧਾਮੀ ਸਾਹਿਬ, ਤੇ ਉਹਦੇ ਨਾਲ ਦੀ ਨਾਲ ਜਿਹੜੇ ਪੁਰਾਣੇ ਪ੍ਰਧਾਨ ਜੀ ਸੀਗੇ ਆਪਣੇ ਮੈਡਮ ਜਗੀਰ ਕੌਰ, ਉਹਨਾਂ ਨੂੰ ਵੀ ਉਹਨਾਂ ਨੇ ਟਿਕਟ ਐਲਾਨ ਕਰਤੀ ਵੀ ਭਾਈ ਨਾਰਾਜ਼ ਨਾ ਹੋ ਜਾਣ, ਨਾਲ ਮਜੀਠੀਏ ਦੀ ਵੀ ਟਿਕਟ ਜਿਹੜੀ ਰਹਿੰਦੀ ਸੀ।
ਤੇ ਕਾਫੀ ਹੱਦ ਤੱਕ ਉਹਨਾਂ ਨੇ ਤਾਂ ਆਪਣੀ ਟਿਕਟਾਂ ਡਿਕਲੇਅਰ ਹੀ ਕਰਤੀਆਂ ਆਲਮੋਸਟ 87-88 ਟਿਕਟਾਂ ਮੇਰੇ ਖਿਆਲ ਤੋਂ ਉਹਨਾਂ ਡਿਕਲੇਅਰ ਕਰ ਹੀ ਦਿੱਤੀਆਂ ਕਿਉਂਕਿ ਬਾਕੀ ਕੁਝ ਉਹਨਾਂ ਦੇ ਨਾਲ ਹੁਣ ਤਾਂ ਕ੍ਰਾਸ ਚੇਂਜ ਕਰਦੇ ਪਏ ਆ ਬਸਪਾ ਵਾਲੇ ਲੁਧਿਆਣਾ ਲਿਆ ਰਹੇ ਅਕਾਲੀ ਦਲ ਨੂੰ ਚੇਂਜ ਕਰਦੇ ਪਏ ਆ। ਹਾਂਜੀ ਉਹਦਾ ਮੇਨ ਕਾਰਨ ਇਹ ਦੇਖੋ ਗੱਲ ਇਹ ਹੈ ਕਿ ਉਹਨਾਂ ਦਾ ਜਿਹੜਾ ਪੁਰਾਣਾ ਇੱਥੇ ਚੱਲ ਰਿਹਾ ਸੀ ਟੀਵੀ ਤੇ ਵੀ ਬਹੁਤ ਵਧੀਆ ਐਡ ਚੱਲ ਰਹੀ ਹੈ ਅੱਜ ਕੱਲ ਵੀ ਭਾਈ ਜੋ ਅੱਜ ਦੀ ਡੇਟ ਦੇ ਵਿੱਚ ਬਾਈਪਾਸ ਬਣਾਏ ਆ ਉਹ ਸੁਖਬੀਰ ਬਾਦਲ ਸਾਹਿਬ ਨੇ ਬਣਾਏ ਆ ਤੇ ਫਲਾਣਾ ਕੀਤਾ। ਦੇਖੋ ਗੱਲ ਇਹ ਹੈ ਸਾਰਾ ਕੁਝ ਵਧੀਆ ਲੇਕਿਨ ਨੀਤ ਦੇ ਨਾਲ ਵੀ ਜਿਹੜੀ ਨੀਤੀ ਹੈ ਨੀਤੀ ਦੇ ਨਾਲ ਨੀਅਤ ਉਹ ਬਹੁਤ ਜ਼ਰੂਰੀ ਸਾਫ਼ ਹੋਣੀ ਹੈ ਕਿਉਂਕਿ ਜਦੋਂ ਤੱਕ ਕੋਈ ਵੀ ਪੋਲੀਟੀਕਲ ਬੰਦਾ ਚਾਹੇ ਉਹ ਕੈਬਨਿਟ ਮੰਤਰੀ ਹੈ ਚਾਹੇ ਐਮਐਲਏ ਹੈ ਚਾਹੇ ਸੀਐਮ ਸਾਹਿਬ ਹੈ ਅਗਰ ਉਹਦੀ ਨੀਅਤ ਪ੍ਰਤੀ ਅਗਰ ਬਿਲਕੁਲ ਇਮਾਨਦਾਰੀ ਨਹੀਂ ਹੈਗੀ ਲੋਕਾਂ ਦੇ ਪ੍ਰਤੀ ਉਹਦੀ ਬਿਲਕੁਲ ਇਮਾਨਦਾਰੀ ਨਹੀਂ ਹੈਗੀ ਉਨੀ ਦੇਰ ਕੋਈ ਫਾਇਦਾ ਨਹੀਂ। ਇਹ ਗੱਲ ਕਹਿਣੀ ਤੇ ਕਥਨੀ ਦਾ ਜਿਹੜਾ ਆਪਾਂ ਗੱਲ ਕਰਦੇ ਆ ਬਾਰ-ਬਾਰ ਪਬਲਿਕ ਨੂੰ ਵੀ ਕਹਿੰਦੇ ਆ ਇਹ ਜ਼ਰੂਰ ਧਿਆਨ ਰੱਖਣ ਵਾਲਾ ਕੰਮ ਹੈ ਕਿ ਤੁਸੀਂ ਸੋਚ ਸਮਝ ਕੇ ਆਪਣਾ ਨੇਤਾ ਔਰ ਆਪਣਾ ਸੀਐਮ ਤਿਆਰ ਕਰੋ ਔਰ ਉਹ ਜਿਹੜਾ ਮੌਕਾ ਹੈਗਾ ਦੇਖ ਕੇ ਦੇਖੋ ਟਾਈਮ ਹਜੇ ਬਹੁਤ ਹੈ ਸੋਚਣ ਦਾ ਵੀ ਤੁਹਾਨੂੰ ਟਾਈਮ ਬਹੁਤ। ਲੋਕ ਕਈ ਵਾਰੀ ਜਿਹੜਾ ਕਲੇਰ ਸਾਹਿਬ ਇਹ ਸੋਚ ਲੈਂਦੇ ਆ ਯਾਰ ਕੀ ਲੈਣਾ ਵੋਟ ਪਾ ਕੇ ਕੁਛ ਨਹੀਂ ਹੈ ਯਾਰ ਫਿਰ ਕਸਣ ਲੱਗ ਜਾਣਗੇ ਤੰਜ ਉਹ ਯਾਰ ਘਟੀਆ ਬੰਦਾ ਚੂਜ਼ ਹੋ ਗਿਆ ਘਟੀਆ ਤਾਂ ਤੁਸੀਂ ਚੂਜ਼ ਕੀਤਾ ਨਾ ਤੁਸੀਂ ਵੋਟ ਨਹੀਂ ਪਾਈ ਜੇ ਤੁਸੀਂ ਸਹੀ ਬੰਦੇ ਨੂੰ ਵੋਟ ਪਾਓਗੇ ਤਾਂ ਸਹੀ ਆਊਗਾ ਨਾ ਅੱਗੇ। ਜੇ ਆਪਾਂ ਮੌਕਾ ਆਪਣੇ ਹੱਥ 'ਚ ਗਵਾ ਬੈਠਦੇ ਆ ਫਿਰ ਆਪਾਂ ਨੂੰ ਕੋਈ ਹੱਕ ਨਹੀਂ ਕਿਸੇ ਦੇ ਐਵੇਂ ਕਲਾਮ ਕਸਣ ਦਾ ਸਿੱਧੀ ਜੀ ਗੱਲ ਹੈ। ਆਪਾਂ ਤਾਂ ਹੀ ਇਹ ਗੱਲ ਕੱਸ ਸਕਦੇ ਆ ਕਿ ਭਾਈ ਜੇ ਸਾਨੂੰ ਮੌਕਾ ਮਿਲਿਆ ਉਸ ਮੌਕੇ ਦਾ ਆਪਾਂ ਫਾਇਦਾ ਲਈਏ ਔਰ ਲੋਕਾਂ ਨੂੰ ਨਾਲੇ ਇਹ ਗੱਲ ਦੀ ਅਗਵਾਹ ਕਰੀਏ। ਠੀਕ ਹੈ ਅਸੀਂ ਵੀ ਕਹਿੰਦੇ ਆ ਆਪਣੀ ਟੀਮ ਦੇ ਵੱਲੋਂ ਐਸਐਮਜ਼ੈਡ ਨਿਊਜ਼ ਚੈਨਲ ਦੇ ਵੱਲੋਂ ਕਿ ਹਰ ਇੱਕ ਬੰਦੇ ਨੂੰ ਮੌਕਾ ਮਿਲਣਾ ਚਾਹੀਦਾ ਹੈ ਤੇ ਅੱਜ ਕੱਲ੍ਹ ਦੀ ਜੋ ਯੂਥ ਵਾ ਜਾਂ ਲੋਕ ਵਾ ਉਹ ਵੀ ਵਿਚਾਰ ਕੇ ਫੇਰ ਹੀ ਵੋਟ ਪਾਉਣ ਨਾ ਕਿ ਨੋਟਾਂ ਤੇ ਬਟਨ ਦਬਾਉਣ। ਆਮ ਵਰਗ ਦੀ ਗੱਲ ਕਰ ਲੈਣੇ ਆ ਬੀਤੇ ਲੰਮੇ ਸਮੇਂ ਤੋਂ ਟੀਚਰਸ ਨੇ ਮੈਡੀਕਲ ਦੇ ਕਰਮਚਾਰੀ ਆ ਜਾਂ ਕੱਚੇ ਮੁਲਾਜ਼ਮ ਨੇ ਹੁਣ ਬੀਤੇ ਦਿਨ ਕਾਂਸਟੇਬਲ ਦਾ ਰੌਲਾ ਚੱਲਿਆ ਪਿਆ ਸਾਰੇ ਧਰਨੇ ਤੇ ਬੈਠੇ ਨੇ ਤੇ ਚੰਨੀ ਸਾਹਿਬ ਦੂਸਰੇ ਪਾਸੇ ਵਾਅਦੇ ਕਰਦੇ ਪਏ ਨੇ ਇਹਨਾਂ ਦਾ ਕੀ ਬਣੂਗਾ? ਦੇਖੋ ਗੱਲ ਇਹ ਹੈ ਇਹ ਬਣੂਗਾ ਕਿ ਹੁਣ ਥੋੜੇ ਦਿਨਾਂ ਤੱਕ ਫੇਰ ਇਹਨਾਂ ਨੂੰ ਕੁਛ ਨਾ ਕੁਛ ਇਹੋ ਜਿਹਾ ਦਿੱਤਾ ਜਾਊਗਾ ਕਿ ਭਾਈ ਜੀ ਤੁਹਾਡੇ ਨਾਲ ਅਸੀਂ ਆਹ ਸਮਝੌਤਾ ਕਰਕੇ ਆਹ ਕਰ ਦਿੰਦੇ ਹਾਂ ਜਾਂ ਨੂੰ ਇਲੈਕਸ਼ਨ ਲਾਣੇ ਜਾਣਗੇ ਫਿਰ ਕੋਡ ਆਫ ਕੰਡਕਟ ਲੱਗ ਜਾਊਗਾ। ਠੀਕ ਹੈ ਇਹ ਤਾਂ ਦੇਖੋ ਸਿਆਣਪ ਉਹੀ ਗੱਲ ਹੈ ਵੀ ਦੇਖੋ ਵਨ ਟਾਈਮ 'ਚ ਕੁਛ ਨਹੀਂ ਇੰਨੀ ਜਲਦੀ ਕੁਛ ਹੁੰਦਾ। ਜੇ ਅੱਜ ਮੰਨ ਲਓ ਜਿਹੜੀਆਂ ਪਿਛਲੇ ਦਿਨੀ ਜਿਹੜੀਆਂ ਹੌਲਦਾਰ ਦੀਆਂ ਆਪਾਂ ਗੱਲ ਕਰਦੇ ਆ ਇਹਨਾਂ ਨੇ ਕੀਤੀਆਂ ਉਹਦੇ ਵਿੱਚ ਕਾਫੀ ਕੁਝ ਚੇਂਜਸ ਇਹਨਾਂ ਨੇ ਦੇਖੋ ਪੇਪਰ ਲੀਕ ਹੋ ਗਿਆ ਇੰਟਰਵਿਊਜ਼ ਹੋ ਗਈਆਂ ਸਭ ਕੁਝ ਦੇਖਿਆ ਉਹਦੇ 'ਚ। ਲੇਕਿਨ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜਾ ਸਾਰਾ ਕੁਝ ਹੈ ਇਹ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਬਹੁਤ ਕੁਝ ਪਤਾ ਲੱਗੂਗਾ ਥੋੜੇ ਦਿਨਾਂ ਤੱਕ। ਠੀਕ ਹੈ ਬਾਕੀ ਅਸੀਂ ਇੱਕ ਆਪਣੇ ਵੱਲੋਂ ਮੈਸੇਜ ਦੇਣਾ ਚਾਹੁੰਦੇ ਆ ਚੈਨਲ ਵੱਲੋਂ ਕਿ ਅਸੀਂ ਤੁਹਾਨੂੰ ਨਾਲ ਦੀ ਨਾਲ ਜਿਹੜਾ ਟਾਈਮ ਜਦੋਂ ਹੁਣ ਇਲੈਕਸ਼ਨਾਂ ਦਾ ਚੋਣ ਕਮਿਸ਼ਨ ਐਲਾਨ ਕਰਨਾ ਹੈ ਉਹਦੇ ਦੌਰਾਨ ਔਰ ਉਸ ਤੋਂ ਥੋੜੇ ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਗਰਾਊਂਡ ਰਿਪੋਰਟ ਤਿਆਰ ਕਰਾ ਕੇ ਤੁਹਾਡੇ ਅਸੀਂ ਵਿਊਜ਼ ਲੈ ਕੇ ਪਬਲਿਕ ਤੱਕ ਜਿਹੜੇ ਵਿਊਜ਼ ਸਾਰੇ ਪਹੁੰਚਾਵਾਂਗੇ। ਉਹ ਜਿਹੜੇ ਨੇਤਾ ਜਿਹੜੇ ਵਧੀਆ ਕੰਮ ਕਰਨ ਵਾਲੇ ਬੰਦੇ ਆ ਅਸੀਂ ਉਹਨਾਂ ਦਾ ਵੀ ਤੁਹਾਡੇ ਸਾਹਮਣੇ ਖੁਲਾਸਾ ਕਰਾਂਗੇ। ਸੋ ਕਹਿਣ ਦਾ ਮਤਲਬ ਇਹ ਹੈ ਬੜਾ ਸੋਚ ਸਮਝ ਕੇ ਵੋਟ ਕਰਨ ਦਾ ਟਾਈਮ ਆ ਰਿਹਾ ਔਰ ਇਹ ਟਾਈਮ ਜਿਹੜਾ ਤੁਸੀਂ ਗਵਾਉਣਾ ਨਹੀਂ ਹੈ ਧਿਆਨ ਨਾਲ ਵੋਟ ਪਾਉਣ ਦਾ ਟਾਈਮ ਹੈ। ਸਾਡੇ ਸ਼ੋਅ ਦੇ ਵਿੱਚ ਹੈ ਤੁਹਾਡਾ ਬਹੁਤ ਧੰਨਵਾਦ। ਪੰਜਾਬ ਦੀ ਸਿਆਸਤ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੀ ਉਲਟ-ਫੇਰ ਹੋਵੇਗਾ ਕਿਹੜਾ ਬੰਦਾ ਕਿਹੜੀ ਪਾਰਟੀ 'ਚ ਜਾਵੇਗਾ ਅਸੀਂ ਤੁਹਾਡੇ ਨਾਲ ਰਾਬਤਾ ਕਾਇਮ ਰੱਖਾਂਗੇ। ਧੰਨਵਾਦ।